ਬਿਲਾਵਲ ਰਾਗ ਦੇ ਅੰਦਰ ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ 837 ਅੰਗ ਤੇ ਦਰਜ ਅਸ਼ਟਪਦੀ। ਪਦੀ ਦਾ ਅਰਥ ਹੈ ਬੰਦ, ਪੌੜੀਆਂ। ਇਸ ਪਾਵਨ ਸ਼ਬਦ ਦੇ 8 ਬੰਦ ਨੇ, 8 ਪੌੜੀਆਂ ਹਨ। ਘਰ ਬਾਹਰ ਵਾ। ਵੈਸੇ ਸੁਰ ਤਾਲ ਦੇ ਘਰ ਨੇ ਜਿਹੜੇ ਇਹ 68 ਮੰਨੇ ਗਏ ਨੇ। 68 60 ਤੇ 8 68। ਗੁਰਬਾਣੀ 17 ਘਰਾਂ ਤੱਕ ਦਰਜ ਹੈ। ਗੁਰਬਾਣੀ ਨੂੰ 17 ਘਰਾਂ ਦੇ ਵਿੱਚ ਗਾਇਆ ਗਿਆ ਹੈ। ਇਹ ਪਾਵਨ ਸ਼ਬਦ ਸੁਰ ਤਾਲ ਦੇ 12ਵੇਂ ਘਰ ਦੇ ਵਿੱਚ ਗਾਇਨ ਕੀਤਾ ਗਿਆ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਕਾ ਪ੍ਰਕਾਸ਼ਕ, ਸਤ ਚਿਤ ਆਨੰਦ। ਸਤ ਸਰੂਪ, ਚੇਤਨ ਸਰੂਪ ਤੇ ਆਨੰਦ ਸਰੂਪ, ਇਹ 3 ਗੁਣ ਨੇ। ਇਹ 3 ਗੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਨੇ। ਸਤ ਉਸ ਸਦੀਵੀ ਹੈ, ਆਦਿ ਕਾਲ ਤੋਂ ਉਹ ਸਤ ਸਰੂਪ ਸਦੀਵੀ ਹੈ ਤੇ ਉਸ ਦਾ ਅੰਤ ਵੀ ਕਿਤੇ ਨਹੀਂ। ਸੁਤੇ ਪ੍ਰਕਾਸ਼ ਹੈ। ਗੁਰ ਚੇਤਨ ਸਰੂਪ, ਸਦਾ ਸੁਚੇਤ ਰਹਿੰਦਾ, ਚੇਤਨ ਸਤਾ ਵਾਲਾ ਹੈ। ਪ੍ਰਸਾਦ ਆਨੰਦ ਸਰੂਪ, ਉਸ ਪ੍ਰਭੂ ਪਰਮਾਤਮਾ ਦਾ ਸਰੂਪ ਹੈ ਜਿਹੜਾ ਉਹ ਸਤ ਸਰੂਪ ਹੈ, ਸਦੀਵੀ ਹੈ, ਚੇਤਨ ਅਵਸਥਾ ਦੇ ਵਿੱਚ ਰਹਿੰਦਾ। ਜਿਵੇਂ ਕਈ ਵਾਰੀ ਅਸੀਂ ਅਚੇਤ ਹੋ ਜਾਂਦੇ ਹਾਂ, ਸਾਨੂੰ ਸੋਝੀ ਨਹੀਂ ਰਹਿੰਦੀ, ਜਿਵੇਂ ਨੀਂਦ ਆ ਗਈ, ਸੌਂ ਗਏ, ਜਾਂ ਕੁਝ ਹੋਰ ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ, ਸਾਨੂੰ ਯਾਦ ਚੇਤਾ ਨਹੀਂ ਰਹਿੰਦਾ। ਉਹ ਪ੍ਰਭੂ ਪਰਮਾਤਮਾ ਸਦਾ ਹੀ ਸੁਚੇਤ ਰਹਿੰਦਾ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇੱਕ ਗੁਰੂ ਤੇ ਇੱਕ ਪਰਮਾਤਮਾ, ਇਹ ਚੇਤਨ ਸਰੂਪ ਨੇ। ਇਹਨਾਂ ਨੂੰ ਚੇਤਾ ਨਹੀਂ ਭੁੱਲਦਾ। ਬਾਕੀ ਸਾਰੇ ਜਿਹੜੇ ਨੇ ਉਹ ਅਚੇਤ ਨੇ, ਕਿਤੇ ਨਾ ਕਿਤੇ ਕੋਈ ਨਾ ਕੋਈ ਜ਼ਰੂਰ ਭੁੱਲ ਜਾਈਦਾ ਹੈ। ਪ੍ਰਸਾਦ ਦਾ ਅਰਥ ਹੁੰਦਾ ਆਨੰਦ, ਜਿਸ ਦੇ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਖੁਸ਼ੀ ਦੀਆਂ ਸਾਰੀਆਂ ਹੱਦਾਂ ਜਦੋਂ ਟੱਪ ਜਾਈਏ ਤੇ ਫਿਰ ਇਹ ਅਵਸਥਾ ਆਨੰਦ ਵਾਲੀ ਪ੍ਰਾਪਤ ਹੁੰਦੀ ਹੈ, ਜਿੱਥੇ ਕਿਸੇ ਪ੍ਰਕਾਰ ਦਾ ਕੋਈ ਵੀ ਦੁੱਖ ਜਿਹੜਾ ਉਹ ਨਾ ਰਵੇ, ਉਸ ਨੂੰ ਆਨੰਦ ਅਵਸਥਾ ਆਖਿਆ ਗਿਆ ਹੈ। ਵਸਤੂ ਨਿਰਦੇਸ਼ਕ ਮੰਗਲ ਕੀਤਾ ਗੁਰੂ ਮਹਾਰਾਜ ਜੀ ਨੇ। ਇੱਕ ਅਦੁੱਤੀ ਬ੍ਰਹਮ ਹੈ, ਓੰਕਾਰ ਸਰਬ ਕਾ ਪ੍ਰਕਾਸ਼ਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ ਜੀ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਸਾਡਾ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਤੇ ਉਸ ਦੀ ਵਡਿਆਈ ਇਤਨੀ ਜ਼ਿਆਦਾ ਹੈ ਕਿ ਸਾਡੇ ਕੋਲ ਸ਼ਬਦ ਹੀ ਨਹੀਂ, ਅਸੀਂ ਇਹਨਾਂ ਸ਼ਬਦਾਂ ਦੇ ਨਾਲ ਪਰਮਾਤਮਾ ਦੀ ਵਡਿਆਈ ਕਰ ਸਕੀਏ। ਇੱਥੇ ਇੱਕ ਗੱਲ ਸਮਝਣ ਵਾਲੀ ਹੈ। ਉਹ ਗੱਲ ਇਹ ਕਿ ਗੁਰਬਾਣੀ ਨੇ ਸਾਨੂੰ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਨੂੰ ਪ੍ਰੇਰਨਾ ਕੀਤੀ ਹੈ। ਗੁਰੂ ਮਹਾਰਾਜ ਜੀ ਨੇ ਆਪ ਵੀ ਗੁਰਬਾਣੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕੀਤੇ ਨੇ ਤੇ ਸਾਨੂੰ ਵੀ ਗੁਰੂ ਮਹਾਰਾਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਹੀ ਪ੍ਰੇਰਨਾ ਦਿੰਦੇ ਨੇ ਵੀ ਤੁਸੀਂ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰਨੇ ਨੇ। ਜਦੋਂ ਅਸੀਂ ਵਡਿਆਈ ਕਰਦੇ ਹਾਂ, ਕਿਸੇ ਦੇ ਗੁਣ ਗਾਉਂਦੇ ਹਾਂ ਤੇ ਇਸ ਦੇ ਨਾਲ ਪਿਆਰ ਵੱਧਦਾ ਹੈ। ਮੈਂ ਥੋੜਾ ਸਮਝਾਉਣ ਦਾ ਯਤਨ ਕਰਾਂਗਾ ਵੀ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਸਾਨੂੰ ਉਸ ਪਰਮਾਤਮਾ ਦੇ ਗੁਣ ਗਾਇਨ ਕਰਨ ਵਾਸਤੇ ਕਿਉਂ ਆਖਿਆ ਹੈ, ਇਸ ਪਾਸੇ ਸਾਨੂੰ ਕਿਉਂ ਲਾਇਆ ਹੈ। ਧੰਨ ਗੁਰੂ ਮਹਾਰਾਜ ਜੀ ਦਾ ਇਹ ਜੋ ਪੰਥ ਹੈ, ਮਾਰਗ ਹੈ, ਇਹ ਪ੍ਰੇਮ ਪੰਥ ਹੈ ਤੇ ਪ੍ਰੇਮ ਨੂੰ ਵਧਾਉਣ ਦੇ ਲਈ ਗੁਣ ਗਾਇਨ ਕਰਨੇ ਨੇ ਜਿਹੜੇ, ਇਹ ਜ਼ਰੂਰੀ ਨੇ। ਜਿੰਨੇ ਅਸੀਂ ਗੁਣ ਗਾਇਨ ਕਰਾਂਗੇ ਉਤਨਾ ਹੀ ਸਾਡਾ ਪਿਆਰ ਪ੍ਰਭੂ ਪਰਮਾਤਮਾ ਦੇ ਨਾਲ ਬਣੇਗਾ। ਆਪਾਂ ਆਮ ਦੁਨਿਆਵੀ ਦੇ ਵਿੱਚ ਵੇਖ ਲਈਏ, ਸਾਡਾ ਕਿਤਨਾ ਵੀ ਸੱਜਣ ਮਿੱਤਰ ਹੋਵੇ, ਅਸੀਂ ਉਸ ਦੇ ਨਾਲ ਕਿੰਨਾ ਵੀ ਪਿਆਰ ਕਰਦੇ ਹੋਈਏ ਤੇ ਜੇ ਕਿਤੇ ਉਹ ਚੁੱਪ ਹੋ ਜਾਵੇ ਸਾਡੇ ਤੋਂ ਕਿਸੇ ਇੱਕ ਥਾਂ ਤੇ, ਉਸ ਦਾ ਕੋਈ ਔਗਣ ਹੈ ਜਿਹੜਾ ਉਹ ਪ੍ਰਗਟ ਕੀਤਾ ਜਾਵੇ ਤੇ ਫਿਰ ਸਾਡੇ ਪਿਆਰ ਦੇ ਵਿੱਚ ਤਰੇੜ ਪੈ ਜਾਂਦੀ ਹੈ। ਸਾਡਾ ਮਿੱਤਰ ਹੈ, ਰਿਸ਼ਤੇਦਾਰ ਹੈ, ਭੈਣ ਭਰਾ ਹੈ, ਕਿਤੇ ਇੱਕ ਅੱਧੀ ਥਾਂ ਤੇ ਵੀ ਉਸ ਦਾ ਔਗਣ ਜੇ ਅਸੀਂ ਅੱਗੇ ਲੈ ਆਈਏ ਨਾ ਵੀ ਇਹ ਉਹਦੇ 'ਚ ਔਗਣ ਹੈ ਤੇ ਉਸ ਨੂੰ ਜਦੋਂ ਪਤਾ ਲੱਗ ਜਾਵੇ ਤੇ ਫਿਰ ਉਹਦੇ ਅੰਦਰ ਵੀ ਉਹ ਨੈਗੇਟਿਵ ਪੁਆਇੰਟ ਆ ਜਾਂਦਾ ਹੈ। ਉਹ ਵੀ ਫਿਰ ਕਿਤੇ ਨਾ ਕਿਤੇ ਆਖੇਗਾ
ਭਈ ਜੇ ਮੇਰੇ 'ਚ ਇਹ ਔਗਣ ਹੈ ਤੇ ਉਹਦੇ ਵਿੱਚ ਵੀ ਆ ਔਗਣ ਹੈ। ਤੇ ਜਦੋਂ ਫਿਰ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਪੈਂਦੀਆਂ ਨੇ, ਫਿਰ ਪਿਆਰ ਨਹੀਂ ਰਹਿੰਦਾ, ਪਿਆਰ ਘਟਣਾ ਸ਼ੁਰੂ ਹੋ ਜਾਂਦਾ ਹੈ। ਦਿਨੋਂ ਦਿਨ ਜਿੱਥੇ ਪਿਆਰ ਨੇ ਵਧਣਾ ਸੀ ਉਹ ਪਿਆਰ ਘਟੇਗਾ। ਇੱਕ ਦਿਨ ਇਸ ਤਰ੍ਹਾਂ ਦਾ ਅੱਜ ਗਿਆ, ਪਿਓ ਪੁੱਤਰਾਂ ਦੇ ਵਿੱਚ, ਭਰਾਵਾਂ ਭਰਾਵਾਂ ਦੇ ਵਿੱਚ, ਨੂੰਹ ਸੱਸ ਦੇ ਵਿੱਚ, ਭੈਣਾਂ ਭੈਣਾਂ ਦੇ ਵਿੱਚ, ਕਹਿਣ ਤੋਂ ਭਾਵ ਵੀ ਕੋਈ ਵੀ ਇਸ ਤਰ੍ਹਾਂ ਦੀ ਰਿਸ਼ਤੇਦਾਰੀ ਜਾਂ ਸਕੀਰੀ ਨਹੀਂ ਹੈਗੀ ਜਿੱਥੇ ਅਸੀਂ ਔਗਣ ਆਖੀਏ ਤੇ ਵਿੱਥ ਨਾ ਬਣੇ, ਤਰੇੜ ਪੈ ਜਾਣੀ ਹੈ। ਆਪ ਜੀ ਨੂੰ ਇੱਕ ਨਿੱਕਾ ਜਿਹਾ ਪ੍ਰਸੰਗ ਸੁਣਾਉਂਦੇ, ਉਹਦੇ ਨਾਲ ਬੜੀ ਸਮਝ ਆਵੇਗੀ। ਭਗਤ ਨਾਮਦੇਵ ਜੀ ਸ਼ਿੰਬੇ ਦਾ ਕੰਮ ਕਰਦੇ ਨੇ, ਤੇ ਜਿਹੜਾ ਸ਼ਿੰਬਿਆਂ ਦਾ ਕੰਮ ਹੈ ਇਹ ਕੰਮ ਕੁਦਰਤੀ ਤੌਰ ਤੇ ਥੋੜਾ ਜਿਹਾ ਵਧੇਰਾ ਹੁੰਦਾ ਹੈ ਆਮ ਵਰਕ ਦੇ ਨਾਲੋਂ, ਆਮ ਕੰਮ ਦੇ ਨਾਲੋਂ। ਪਹਿਲੋਂ ਕੱਪੜਿਆਂ ਨੂੰ ਧੋਂਦੇ ਨੇ, ਫਿਰ ਉਹਨਾਂ ਨੂੰ ਸੁਕਾਉਂਦੇ ਨੇ, ਫਿਰ ਉਹਨਾਂ ਨੂੰ ਠੱਪੇ ਲਾਉਂਦੇ ਨੇ, ਫਿਰ ਉਹਨਾਂ ਨੂੰ ਫਿਰ ਸੁਕਾਉਂਦੇ ਨੇ, ਫਿਰ ਉਹਨਾਂ ਦੀਆਂ ਤਹਿਆਂ ਲਾਣੀਆਂ ਤੇ ਫਿਰ ਅਗਲੇ ਨੂੰ ਦੇਣਾ, ਲੈ ਭਾਈ ਤੇਰਾ ਵਸਤਰ ਜਿਹੜਾ ਇਹ ਤਿਆਰ ਹੋ ਗਿਆ ਹੈ। ਕਿਉਂਕਿ ਉਹ ਸਮਾਂ ਇਸ ਤਰ੍ਹਾਂ ਦਾ ਸੀ, ਹੁਣ ਤੱਕ ਵੀ ਕਈਆਂ ਘਰਾਂ ਦੇ ਵਿੱਚ ਮਾਈਆਂ ਜਾਂ ਹੋਰ ਔਰਤਾਂ ਨੇ ਉਹ ਖੱਦਰ ਬੁਣਦੀਆਂ ਨੇ, ਤੇ ਫਿਰ ਜਿਹੜੇ ਇਸ ਤਰ੍ਹਾਂ ਦੇ ਖੱਦਰ ਨੂੰ ਠੱਪੇ ਲਾਉਣ ਵਾਲੇ ਹੁੰਦੇ ਨੇ ਉਹ ਲੈ ਜਾਂਦੇ ਨੇ ਤੇ ਉਹ ਇਹਨਾਂ ਨੂੰ ਗਲੀਚੇ ਬਣਾ ਬਣਾ ਕੇ ਪੁੱਠੇ ਮੋੜਦੇ ਨੇ, ਤੇ ਉਹਦੀ ਮਿਹਨਤ ਜਿਹੜੀ ਕੁਝ ਨਾ ਕੁਝ ਮਾਇਆ ਲੈ ਲੈਂਦੇ ਨੇ। ਸ਼ਾਇਦ ਮੈਨੂੰ ਨਾ ਸਮਝਾਉਣਾ ਆਇਆ ਹੋਵੇ, ਤੁਸੀਂ ਆਪ ਹੀ ਥੋੜੀ ਕੋਸ਼ਿਸ਼ ਕਰਨੀ ਹੈ, ਗੱਲ ਪਕੜ ਦੇ ਵਿੱਚ ਆ ਜਾਵੇ। ਭਗਤ ਨਾਮਦੇਵ ਜੀ ਦੀ ਪਤਨੀ ਹੈ, ਉਹਦੇ ਅੰਦਰ ਸੰਕਲਪ ਬਣਿਆ ਵੀ ਜੇ ਕੋਈ ਇਸ ਤਰ੍ਹਾਂ ਦਾ ਨੌਕਰ ਮਿਲ ਜੇ ਨਾ ਜਿਹੜਾ ਮੇਰੇ ਕੰਮ ਦੇ ਵਿੱਚ ਹੱਥ ਵਡਾਇਆ ਕਰੇ, ਕਿਉਂਕਿ ਇਹਨਾਂ ਦੇ ਸੰਤਾਨ ਨਹੀਂ ਸੀ ਹੈਗੀ, ਔਲਾਦ ਨਹੀਂ ਸੀ ਹੈਗੀ, ਦੋਵੇਂ ਪਤੀ ਪਤਨੀ ਸਨ। ਪਰਮਾਤਮਾ ਨੇ ਆਖਿਆ ਚਲੋ ਸਾਡਾ ਭਗਤ ਹੈ ਤੇ ਉਸ ਦੀ ਧਰਮ ਪਤਨੀ ਹੈ ਤੇ ਇਸ ਦੀ ਆਪਾਂ ਵੀ ਸੇਵਾ ਕਰ ਲਈਏ, ਕਿਉਂਕਿ ਭਗਤਾਂ ਦੀ ਸੇਵਾ ਕਰਕੇ ਪਰਮਾਤਮਾ ਬੜਾ ਖੁਸ਼ ਹੁੰਦਾ ਹੈ। ਧੰਨੇ ਜੱਟ ਦੀਆਂ ਗਊਆਂ ਚਾਰੀਆਂ ਨੇ, ਖੂਹ ਗੇੜਿਆ ਏ, ਨੱਕੇ ਮੋੜੇ ਨੇ, ਪ੍ਰੇਮ ਵਸ ਹੋ ਕੇ ਆਪਣੇ ਭਗਤਾਂ ਦਾ ਆਪ ਕਾਰਜ ਫਿਰ ਪ੍ਰਭੂ ਪਰਮਾਤਮਾ ਸਰੀਰ ਧਾਰਨ ਕਰਕੇ ਕਰਦਾ ਹੈ। ਭਗਤ ਨਾਮਦੇਵ ਜੀ ਦੇ ਘਰੇ ਪਰਮਾਤਮਾ ਆਪ ਇੱਕ ਮਨੁੱਖਾ ਸਰੀਰ ਧਾਰਨ ਕਰਕੇ ਆ ਗਏ ਨੇ। ਜਦੋਂ ਮਨੁੱਖਾ ਸਰੀਰ ਧਾਰਨ ਕਰਕੇ ਆਏ ਨੇ ਤੇ ਇਹਨਾਂ ਦੀ ਪਤਨੀ ਬੜੀ ਖੁਸ਼ ਹੋਈ ਹੈ ਵੀ ਚਲੋ ਕੋਈ ਤਾਂ ਕੰਮ ਕਰਨ ਵਾਲਾ ਮਿਲਿਆ ਨਾ। ਪੁੱਛਿਆ ਗਿਆ ਜੀ ਤੁਸੀਂ ਲਿਆ ਕੀ ਕਰੋਗੇ? ਇਹ ਕਹਿੰਦੇ ਜੀ ਅਸੀਂ ਤਾਂ ਪ੍ਰੇਮ ਦੇ ਬੱਧੇ ਹਾਂ, ਬਸ ਸਾਡੀ ਤਨਖਾਹ ਹੈ ਉਹ ਪਿਆਰ ਹੀ ਹੈ। ਫਿਰ ਹੋਰ ਵੀ ਖੁਸ਼ ਹੋ ਗਈ ਵੀ ਲੈਂਦਾ ਵੀ ਕੁਝ ਨਹੀਂ ਹੈ, ਬੜਾ ਵਧੀਆ, ਬੜਾ ਚੰਗਾ ਹੈ। ਕਈ ਮਹੀਨਿਆਂ ਤੱਕ ਕਾਰੋਬਾਰ ਕੀਤਾ ਤੇ ਇੱਕ ਦਿਨ ਗੁਆਂਢਣਾਂ ਦੇ ਘਰੇ ਗਈ ਚਲੀਏ। ਜਦੋਂ ਗੁਆਂਢੀਆਂ ਦੇ ਘਰੇ ਗਈ ਚਲੀਏ ਤੇ ਕੁਦਰਤੀ ਤੌਰ ਤੇ ਆਪਾਂ ਸਮਾਜ ਦੇ ਵਿੱਚ ਰਹਿੰਦੇ ਹਾਂ ਤੇ ਘਰ ਪਰਿਵਾਰ ਦੀਆਂ ਗੱਲਾਂ ਚੱਲ ਜਾਂਦੀਆਂ ਨੇ। ਭਗਤ ਨਾਮਦੇਵ ਜੀ ਦੀ ਗੁਆਂਢਣ ਨੇ ਆਖਿਆ ਤੁਹਾਡਾ ਜਿਹੜਾ ਨੌਕਰ ਹੈ ਨਾ ਇਹ ਬੜਾ ਚੰਗਾ, ਬੜੀ ਛੇਤੀ ਕੰਮ ਨਿਬੇੜ ਦਿੰਦਾ ਹੈ ਤੇ ਇਹਦੇ ਤੋਂ ਕੁਦਰਤੀ ਤੌਰ ਤੇ ਥੋੜਾ ਜਿਹਾ ਔਗਣ ਸੀ ਜਿਹੜਾ ਉਹ ਚਿਤਾਰਿਆ ਗਿਆ। ਆਖਿਆ ਗਿਆ ਹੈ ਬੜਾ ਚੰਗਾ, ਕੰਮ ਬੜਾ ਕਰਦਾ, ਪਰ ਰੋਟੀਆਂ ਵੀ ਬੜੀਆਂ ਖਾਂਦਾ। ਜਦੋਂ ਘਰੇ ਆਣ ਕੇ ਵੇਖਿਆ ਤੇ ਹੈ ਹੀ ਕੁਝ ਨਹੀਂ। ਫਿਰ ਭਗਤ ਜੀ ਨੂੰ ਆਖਿਆ ਜੀ ਆਪਣੇ ਜਿਹੜਾ ਨੌਕਰ ਆਇਆ ਹੋਇਆ ਸੀ ਉਹ ਪਤਾ ਨਹੀਂ ਕਿੱਧਰ ਗਿਆ ਚਲਾ। ਹੁਣ ਭਗਤ ਜੀ ਆਪ ਜਾਣੀ ਜਾਣ ਸਨ। ਉਹਨਾਂ ਨੇ ਆਖਿਆ ਤੂੰ ਉਹਦਾ ਔਗਣ ਜਿਹੜਾ ਉਹ ਚਿਤਾਰਿਆ ਤੇ ਇਸ ਦੇ ਨਾਲ ਪਿਆਰ ਘਟਦਾ ਹੈ। ਜਦੋਂ ਪਿਆਰ ਘਟਦਾ ਫਿਰ ਪਰਮਾਤਮਾ ਜਿਹੜਾ ਉਹ ਇਸ ਤਰ੍ਹਾਂ ਨਹੀਂ ਆਉਂਦਾ। ਧੰਨ ਗੁਰਬਾਣੀ ਦੇ ਅੰਦਰ ਇੱਕ ਚੀਜ਼ ਨਹੀਂ ਹੈਗੀ, ਹੋਰ ਸਭ ਕੁਝ ਹੈ। ਹਰ ਤਰ੍ਹਾਂ ਦੇ ਭਗਤ ਦਾ ਨਾਮ ਹੈ, ਹਰ ਤਰ੍ਹਾਂ ਦੇ ਕਰਮ ਦਾ ਨਾਮ ਹੈ। ਸਾਰੇ ਕਰਮ ਵੀ ਦੱਸੇ ਨੇ, ਸਾਰੇ ਭਗਤ ਨੇ ਜਿਹੜੇ ਉਹਨਾਂ ਨੂੰ ਵੀ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਉਹਨਾਂ ਦੀ ਬਾਣੀ ਵੀ ਦਰਜ ਕੀਤੀ, ਉਹਨਾਂ ਦੇ ਨਾਮ ਵੀ ਦਰਜ ਕੀਤੇ ਨੇ। ਇਸੇ ਤਰ੍ਹਾਂ ਕੋਈ ਗਣਕਾ ਦਾ ਦ੍ਰਿਸ਼ਟਾਂਤ ਦੇ ਕੇ, ਕੋਈ ਪਾਪੀ ਦਾ ਦ੍ਰਿਸ਼ਟਾਂਤ ਦੇ ਕੇ ਤੇ ਕੋਈ ਕਿਸੇ ਹੋਰ ਤਰ੍ਹਾਂ ਦੇ ਦ੍ਰਿਸ਼ਟਾਂਤ ਦੇ ਕੇ ਵੀ ਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਨਾਮ ਦਰਜ ਕੀਤੇ ਨੇ ਤੇ ਸਾਨੂੰ ਸਮਝਾਉਣਾ ਚਾਹਿਆ ਹੈ। ਫਿਰ ਜੇ ਨਹੀਂ ਹੈਗਾ ਤੇ ਉਹ ਇੱਕ ਚੀਜ਼ ਨਹੀਂ ਹੈਗੀ, ਉਹ ਹੈ ਝੂਠ। ਜਿਸ ਦਿਨ
ਕਿਤਨਾ ਵੀ ਚੜ੍ਹਦੀ ਕਲਾ ਵਾਲਾ ਗੁਰਸਿੱਖ ਹੈ, ਉਹਨੇ ਇਹ ਗੱਲ ਆਖ ਦਿੱਤੀ ਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਹ ਤੁਕ ਜਿਹੜੀ ਲਿਖੀ ਗਈ ਹੈ ਇਹ ਝੂਠ ਹੈ ਜਾਂ ਗਲਤ ਹੈ, ਤੇ ਉਹਨੂੰ ਇੱਕ ਇਸ ਤਰ੍ਹਾਂ ਦਾ ਕਲੰਕ ਲੱਗ ਜਾਂਦਾ ਜਿਵੇਂ ਚੰਦ ਨੂੰ ਕਲੰਕ ਲੱਗਿਆ ਤੇ ਅਜੇ ਤੱਕ ਨਹੀਂ ਧੋਤਾ ਗਿਆ, ਉਸ ਦਾ ਵੀ ਇਹ ਕਲੰਕ ਨਹੀਂ ਧੋਤਾ ਜਾਏਗਾ। ਭਾਵੇਂ ਉਹ ਸੰਤ ਹੋ ਗਏ, ਭਾਵੇਂ ਉਹ ਗੁਰੂ ਹੋ ਗਿਆ, ਜਿਸ ਦੇ ਮੁਖ ਦੇ ਵਿੱਚੋਂ ਪਰਮਾਤਮਾ ਦੇ ਪ੍ਰਤੀ ਇੱਕ ਵੀ ਔਗਣ ਨਿਕਲ ਗਿਆ ਤੇ ਉਸ ਇੱਕ ਔਗਣ ਦੇ ਨਾਲ ਉਸ ਨੂੰ ਅਜਿਹਾ ਕਲੰਕ ਲੱਗ ਜਾਂਦਾ ਜਿਹੜਾ ਕਿਸੇ ਵੀ ਜਨਮ ਦੇ ਵਿੱਚ, ਕਿਸੇ ਵੀ ਯੁੱਗ ਦੇ ਵਿੱਚ ਨਹੀਂ ਜੇ ਧੋਤਾ ਜਾਂਦਾ। ਇਸ ਕਰਕੇ ਧੰਨ ਗੁਰਬਾਣੀ ਦੇ ਅੰਦਰ ਸਾਨੂੰ ਗੁਰੂ ਮਹਾਰਾਜ ਜੀ ਨੇ ਉਸ ਪਰਮਾਤਮਾ ਦੇ ਗੁਣ ਗਾਇਨ ਕਰਨ ਨੂੰ ਆਖਿਆ, ਤੇ ਅਸੀਂ ਪਤਾ ਨਹੀਂ ਕਿਤਨੇ ਕੁ ਕਲੰਕ ਰੋਜ਼ ਹੀ ਲਾ ਲੈਂਦੇ ਹਾਂ। ਜਦੋਂ ਕਿਤੇ ਔਖੀ ਘੜੀ ਆ ਜਾਂਦੀ ਹੈ ਤੇ ਸਾਡੇ ਮੁਖ ਚੋਂ ਨਿਕਲ ਜਾਂਦਾ, ਰੱਬਾ ਅਸੀਂ ਤੇਰਾ ਕੀ ਵਿਗਾੜਿਆ ਸੀ। ਹੁਣ ਸਾਡੇ ਨਾਲ ਜ਼ੁਲਮ ਉਹ ਕਰਦਾ ਹੈ ਜਿਹੜਾ ਨਾਸਤਕ ਹੋਵੇ, ਜਿਹੜਾ ਬੁਰਾ ਹੋਵੇ। ਅਸੀਂ ਜਦੋਂ ਇਹ ਸ਼ਬਦ ਵਰਤਦੇ ਹਾਂ ਨਾ, ਰੱਬਾ ਅਸੀਂ ਤੇਰਾ ਕੀ ਵਿਗਾੜਿਆ ਸੀ, ਉਦੋਂ ਪਰਮਾਤਮਾ ਦੇ ਉੱਤੇ ਅਸੀਂ ਸ਼ੱਕ ਕਰਦੇ ਹਾਂ ਵੀ ਸਾਨੂੰ ਨਜਾਇਜ਼ ਦੁਖੀ ਕੀਤਾ ਹੈ। ਪਰਮਾਤਮਾ ਨੇ ਸਾਨੂੰ ਇਹ ਜਿਹੜਾ ਦੁੱਖ ਦਿੱਤਾ ਹੈ ਨਾ, ਇਹ ਨਜਾਇਜ਼ ਦਿੱਤਾ ਹੈ, ਤੇ ਨਜਾਇਜ਼ ਦੁੱਖ ਹੈ ਜਿਹੜਾ ਉਹ ਪਰਮਾਤਮਾ ਨਹੀਂ ਦਿੰਦਾ, ਉਹ ਕੋਈ ਮਨੁੱਖ ਹੈ ਜਿਹੜਾ ਉਹ ਦੇ ਸਕਦਾ। ਕੋਈ ਜੁਰਮਾਨਾ ਨਜਾਇਜ਼ ਦੁੱਖ ਦੇ ਸਕਦਾ, ਪਰਮਾਤਮਾ ਕਿਸੇ ਨੂੰ ਕਦੇ ਵੀ ਨਜਾਇਜ਼ ਦੁੱਖ ਨਹੀਂ ਦਿੰਦਾ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੀ ਪਾਵਨ ਬਾਣੀ ਹੈ, ਤੇ ਸਾਨੂੰ ਸਾਰੇ ਜ਼ਿਆਦਾ ਤੋਂ ਜ਼ਿਆਦਾ ਇਹ ਯਤਨ ਕਰਨਾ ਚਾਹੀਦਾ ਹੈ ਵੀ ਸਾਡੇ ਮੁਖ ਦੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਸ਼ਬਦ ਨਾ ਨਿਕਲੇ ਜਿਹੜਾ ਔਗਣ ਬਣ ਕੇ ਸਾਡੇ ਜੀਵਨ ਦੇ ਵਿੱਚ ਕਲੰਕ ਲੱਗ ਜਾਵੇ, ਤੇ ਫਿਰ ਇਹ ਨਾ ਕਿਸੇ ਸੇਵਾ ਦੇ ਨਾਲ, ਨਾ ਕਿਸੇ ਹੋਰ ਤਰੀਕੇ ਦੇ ਨਾਲ ਇਹ ਨਹੀਂ ਜੇ ਧੋਪਦਾ। ਇਸ ਕਰਕੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਇੱਕ ਸਿਧਾਂਤ ਦੇ ਨਾਲ ਜੋੜਿਆ ਹੈ। ਗੁਰ ਸਾਖੀਆਂ ਪੜ੍ਹਦੇ ਹਾਂ, ਭਗਤਾਂ ਦੀਆਂ ਸਾਖੀਆਂ ਪੜ੍ਹਦੇ ਹਾਂ, ਗੁਰਬਾਣੀ ਨੂੰ ਆਪਾਂ ਸੁਣਦੇ ਵਿਚਾਰਦੇ ਹਾਂ, ਤੇ ਇਹਦੇ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ। ਸੋ ਇਹ ਸਿੱਖਿਆ ਦਾਸ ਨੂੰ ਧੰਨ ਗੁਰਬਾਣੀ ਤੋਂ ਮਿਲੀ ਹੈ ਵੀ ਪਰਮਾਤਮਾ ਦਾ ਜਿਤਨਾ ਜਸ ਗਾਇਨ ਕਰਾਂਗੇ ਉਤਨਾ ਉਸ ਦੇ ਨੇੜੇ ਹੋਵਾਂਗੇ। ਇਸੇ ਨੂੰ ਭਾਣਾ ਮੰਨਣਾ ਆਖੀਏ, ਜੋ ਹੋ ਰਿਹਾ ਹੈ ਉਸ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ, ਤੇ ਜੇ ਅਸੀਂ ਕਹਾਂਗੇ ਭਾਣੇ ਦੇ ਉਲਟ ਹੋ ਗਿਆ ਤੇ ਫਿਰ ਇਹ ਵਿੱਥੀ ਪੈ ਜਾਣੀ ਹੈ। ਦੋ ਜਣੇ ਇੱਕ ਕਮਰੇ ਦੇ ਵਿੱਚ ਰਹਿੰਦੇ ਨੇ, ਇੱਕ ਨੇ ਦੂਜੇ ਨੂੰ ਕਹਿ ਦਿੱਤਾ ਤੂੰ ਗਲਤ ਕਰੀ ਜਾਂਦਾ ਹੈ, ਤੇ ਦੋਵਾਂ ਨੇ ਲੜ ਪੈਣਾ ਹੈ। ਦੋਵੇਂ ਕਮਰੇ 'ਚ ਰਹਿੰਦੇ ਨੇ, ਤੇ ਜੇ ਉਹਨੇ ਉਹਨੂੰ ਕੁਝ ਨਹੀਂ ਆਖਿਆ, ਉਹਨੇ ਉਹਨੂੰ ਕੁਝ ਨਹੀਂ ਆਖਿਆ, ਤੇ ਫਿਰ ਨਹੀਂ ਲੜਨਗੇ। ਪ੍ਰਭੂ ਪਰਮਾਤਮਾ ਨੇ ਇੱਕ ਕੁਦਰਤੀ ਨਿਯਮ ਬਣਾਇਆ ਹੈ, ਉਸ ਨਿਯਮ ਦੇ ਅਨੁਸਾਰ ਸਾਡੇ ਜਿਹੜੇ ਕਰਮ ਨੇ ਉਹਨਾਂ ਦੀਆਂ ਤਹਿਾਂ ਖੁੱਲ੍ਹਦੀਆਂ ਰਹਿੰਦੀਆਂ ਨੇ। ਜਿਵੇਂ ਜਿਵੇਂ ਉਹਨਾਂ ਦੀਆਂ ਤਹਿਾਂ ਸਮੇਂ ਦੇ ਅਨੁਸਾਰ ਖੁੱਲ੍ਹਦੀਆਂ ਰਹਿੰਦੀਆਂ ਨੇ, ਉਸੇ ਤਰ੍ਹਾਂ ਅਸੀਂ ਆਪਣੇ ਕਰਮ ਨੇ ਜਿਹੜੇ ਇਹ ਭੋਗਦੇ ਰਹਿੰਦੇ ਹਾਂ। ਇਹਦੇ ਵਿੱਚ ਪਰਮਾਤਮਾ ਨਾ ਸਾਡਾ ਬੁਰਾ ਕਰਦਾ ਹੈ, ਤੇ ਨਾ ਹੀ ਪਰਮਾਤਮਾ ਸਾਡੇ ਬਾਰੇ ਕੋਈ ਬੁਰੀ ਵਿਚਾਰ ਰੱਖਦਾ। ਦੱਦੈ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣੇ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਦਰਜ ਕੀਤਾ ਵੀ ਕਿਸੇ ਨੂੰ ਵੀ ਨਹੀਂ ਦੋਸ਼ ਦੇਣਾ, ਪਰਮਾਤਮਾ ਨੂੰ ਤੇ ਗੁਰੂ ਨੂੰ ਤੇ ਦੇਣਾ ਹੀ ਕੀ ਹੈ, ਕਿਸੇ ਨੂੰ ਵੀ ਦੋਸ਼ ਨਹੀਂ ਦੇਣਾ, ਕਿਉਂਕਿ ਇਹ ਜੋ ਸਾਡੇ ਨਾਲ ਹੋ ਰਿਹਾ ਇਹ ਸਾਡੇ ਕਰਮਾਂ ਦੇ ਅਨੁਸਾਰ ਹੋ ਰਿਹਾ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ। ਮੇਰੇ ਪ੍ਰਭੂ ਪਰਮਾਤਮਾ ਦੀ ਏਡੀ ਵੱਡੀ ਵਡਿਆਈ ਹੈ ਕਿ ਸਾਡੇ ਕੋਲੇ ਕੋਈ ਸ਼ਬਦ ਹੀ ਨਹੀਂ। ਤੇਰੇ ਕਮਨ ਕਮਨ ਕਹਿ ਕਹਿ ਗੁਣ ਗਾਵਾਂ, ਤੂੰ ਸਹਿਬ ਗੁਣੀ ਨਿਧਾਨਾ। ਇਹ ਹੈ ਹੀ ਗੁਣਾਂ ਦਾ ਖਜ਼ਾਨਾ, ਤੇ ਸਾਡੀ ਜ਼ਬਾਨ, ਸਾਡੀ ਜਿਹੜੀ ਰਸਨਾ ਹੈ, ਉਹਦੇ ਕਿਹੜੇ ਕਿਹੜੇ ਗੁਣ ਨੂੰ ਕਹਿ ਕਹਿ ਕੇ ਤੇ ਗਾਉਣਾ ਕਰੇ ਜੀ। ਆਨ ਸਰਣ ਗਹੀ, ਇਹ ਸੱਚੇ ਸਤਿਗੁਰ ਜੀ ਆਪ ਜੀ ਦੀਆਂ ਵੱਡੀਆਂ ਵਡਿਆਈਆਂ ਨੇ, ਆਪ ਜੀ ਦੇ ਵੱਡੇ ਗੁਣ ਨੇ, ਆਪ ਜੀ ਦੀ ਉਪਮਾ ਬੜੀ ਮਹਾਨ ਹੈ, ਤੇ ਸਾਡੇ ਕੋਲ ਸ਼ਬਦ ਨਹੀਂ ਜਿਹੜੇ ਸ਼ਬਦਾਂ ਦੇ ਨਾਲ ਆਪ ਜੀ ਦੀ ਪੂਰਨ ਵਡਿਆਈ ਨੂੰ, ਪੂਰਨ ਉਪਮਾ ਨੂੰ ਅਸੀਂ ਕਹਿ ਸਕੀਏ। ਇਸ ਲਈ ਤਜ ਆਣ, ਬਾਕੀ ਸਾਰਿਆਂ ਨੂੰ ਅਸੀਂ ਛੱਡ ਦਿੱਤਾ ਹੈ। ਸਰਨ ਗਹੀ, ਤੇ ਆਪ ਜੀ ਦੀ ਸਰਨ ਦੇ ਵਿੱਚ ਆ ਗਏ ਹਾਂ ਜੀ। ਭਾਵ ਪ੍ਰਭ ਚਰਨ ਕਮਲ ਅਪਾਰ। ਧੰਨ ਗੁਰੂ ਮਹਾਰਾਜ ਜੀ ਨੇ ਰਾਓ ਵਾਲੀਆਂ ਤੁਕਾਂ ਤੋਂ ਉਪਰੰਤ ਪਹਿਲੀ ਪੌੜੀ ਦੇ ਵਿੱਚ ਅੱਗੇ ਕਿਰਪਾ ਕੀਤੀ ਹੈ, ਪ੍ਰਭ ਚਰਨ ਕਮਲ ਅਪਾਰ। ਧੰਨ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਉਪਮਾ ਕਮਲ ਦੇ ਫੁੱਲ ਦੇ ਨਾਲ ਕੀਤੀ ਜਾਂਦੀ ਹੈ।
ਕਮਲ ਦੇ ਫੁੱਲ ਦੇ ਵਿੱਚ ਇੱਕ ਗੁਣ ਹੈ ਤੇ ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਵਿੱਚ 68 ਤੀਰਥਾਂ ਦੇ ਵੀ ਗੁਣ ਨੇ। ਕਿਤਨੇ ਕੁ ਗੁਣ ਨੇ ਉਹ ਆਪਣੇ ਤੋਂ ਬਿਆਨ ਨਹੀਂ ਕੀਤੇ ਜਾ ਸਕਦੇ। ਇਹ ਇੱਕ ਦ੍ਰਿਸ਼ਟਾਂਤ ਦਿੱਤਾ ਹੈ ਜਿਹਦੇ ਨਾਲ ਸਾਨੂੰ ਸਮਝ ਆ ਜਾਵੇ। ਜਿਵੇਂ ਗੁਰਬਾਣੀ ਦੇ ਅੰਦਰ ਰਤਨ, ਹੀਰੇ, ਲਾਲ ਜਵਰੇਤ, ਇਹਨਾਂ ਦੇ ਨਾਲ ਨਾਮ ਦੀ ਵਡਿਆਈ ਕੀਤੀ ਜਾਂਦੀ ਹੈ, ਪਰ ਪਰਮਾਤਮਾ ਦਾ ਨਾਮ ਹੈ ਇਹਨਾਂ ਤੋਂ ਮਹਾਨ। ਤੇ ਫਿਰ ਇਹਨਾਂ ਦੇ ਨਾਲ ਵਡਿਆਈ ਕਿਉਂ ਕੀਤੀ ਜਾਂਦੀ? ਕਿਉਂਕਿ ਇਹਨਾਂ ਦੀ ਜਿਹੜੀ ਤੁਲਨਾ ਹੈ ਨਾ ਉਹ ਅਸੀਂ ਕਰ ਸਕਦੇ ਹਾਂ। ਅਸੀਂ ਹੀਰੇ ਦਾ ਮੁੱਲ ਵੀ ਲਾ ਸਕਦੇ ਹਾਂ, ਲਾਲ ਦਾ ਮੁੱਲ ਵੀ ਲਾ ਸਕਦੇ ਹਾਂ, ਰਤਨ ਦਾ ਮੁੱਲ ਵੀ ਲਾ ਸਕਦੇ ਹਾਂ। ਤੇ ਜਦੋਂ ਇਹਨਾਂ ਚੀਜ਼ਾਂ ਦੀ ਅਸੀਂ ਕੀਮਤ ਲਾਉਂਦੇ ਹਾਂ ਨਾ, ਮੁੱਲ ਲਾਉਂਦੇ ਹਾਂ, ਤੇ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਬੜੀਆਂ ਮਹਿੰਗੀਆਂ ਨੇ। ਤੇ ਉਸ ਦੇ ਨਾਲ ਫਿਰ ਸਾਨੂੰ ਸੋਝੀ ਆ ਜਾਂਦੀ ਵੀ ਜਦੋਂ ਇਹ ਚੀਜ਼ਾਂ ਇਤਨੀਆਂ ਮਹਿੰਗੀਆਂ ਨੇ ਤੇ ਪਰਮਾਤਮਾ ਜਿਹੜੇ ਵਾਹਿਗੁਰੂ ਨੇ ਇਹ ਚੀਜ਼ਾਂ ਤਿਆਰ ਕੀਤੀਆਂ ਨੇ, ਉਸ ਦਾ ਨਾਮ ਕਿਤਨਾ ਕੁ ਮਹਾਨ ਹੋਏਗਾ। ਉਹਦਾ ਨਾਮ ਤਾਂ ਫਿਰ ਇਸ ਤੋਂ ਬਹੁਤ ਮਹਾਨ ਹੋ ਗਿਆ ਨਾ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਜਿਹੜੀ ਵਡਿਆਈ ਹੈ ਕਮਲ ਨਾਲ ਕੀਤੀ ਜਾਂਦੀ ਹੈ। ਕਮਲ ਦੇ ਵਿੱਚ ਗੁਣ ਹੁੰਦਾ ਹੈ, ਜਦੋਂ ਰਾਤਰੀ ਦਾ ਹਨੇਰਾ ਹੁੰਦਾ ਹੈ ਇਹ ਆਪਣੇ ਫੁੱਲ ਨੂੰ ਬੰਦ ਕਰ ਲੈਂਦਾ ਹੈ, ਤੇ ਜਦੋਂ ਸੂਰਜ ਹੁੰਦਾ ਹੈ ਉਦੋਂ ਫਿਰ ਆਪਣੇ ਫੁੱਲ ਨੂੰ ਇਹ ਪ੍ਰਕਾਸ਼ ਕਰ ਲੈਂਦਾ, ਫੁੱਲ ਖੁੱਲ੍ਹ ਜਾਂਦਾ। ਇਹਦਾ ਰੂਪ ਧੁੱਪ ਦੇ ਵਿੱਚ, ਸੂਰਜ ਦੇ ਪ੍ਰਕਾਸ਼ ਦੇ ਵਿੱਚ ਖਿੜਦਾ ਹੈ ਤੇ ਰਾਤ ਦੇ ਹਨੇਰੇ ਦੇ ਵਿੱਚ ਇਹ ਬੰਦ ਹੋ ਜਾਂਦਾ ਹੈ। ਸੋ ਇਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਸਾਨੂੰ ਦੱਸਦੇ ਨੇ ਵੀ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਆ ਜਾਂਦੇ ਹਾਂ ਉਦੋਂ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਦੋਂ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ ਤੋਂ ਦੂਰ ਹੋ ਜਾਂਦੇ ਹਾਂ ਉਦੋਂ ਫਿਰ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਨਾ ਉਹ ਵਧਣ ਲੱਗ ਜਾਂਦਾ ਹੈ। ਪ੍ਰਭ ਚਰਨ ਕਮਲ ਅਪਾਰ, ਇਸ ਤਰ੍ਹਾਂ ਪਾਰਾਵਾਰ ਤੋਂ ਰਹਿਤ ਪ੍ਰਭੂ ਪਰਮਾਤਮਾ ਜੋ ਹੈ ਉਸ ਦੇ ਚਰਨਾਂ ਕਮਲਾਂ ਦੀ ਵੱਡੀ ਵਡਿਆਈ ਹੈ ਜੀ। ਆਓ ਜਾਓ ਸਤ ਬਲਿਹਾਰ। ਅੱਗੇ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਇਸ ਲਈ ਅਸੀਂ ਸਦਾ ਹੀ ਵਾਰਨੇ ਬਲਿਹਾਰਨੇ ਜਾਂਦੇ ਆ। ਸਦ ਦਾ ਅਰਥ ਹੁੰਦਾ ਸਦਾ ਹੀ, ਸਦੀਵੀ, ਹਰ ਵਕਤ, ਤਿੰਨਾਂ ਕਾਲਾਂ ਦੇ ਵਿੱਚ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਮਨ ਪ੍ਰੀਤ ਰਾਗੀ ਤਾਹੇ। ਅੱਗੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਇਹ ਗੁਰੂ ਸਵਾਰਿਆ, ਜੇ ਤੂੰ ਚਾਹੁੰਦਾ ਵੀ ਪ੍ਰਭੂ ਪਰਮਾਤਮਾ ਦੇ ਨਾਲ ਮੇਰਾ ਪਿਆਰ ਵੱਜੇ, ਪ੍ਰਭੂ ਪਰਮਾਤਮਾ ਦੇ ਨਾਲ ਮੇਰੀ ਪ੍ਰੀਤ ਵੱਜੇ, ਤੇ ਫਿਰ ਤੂੰ ਆਪਣੇ ਵਿੱਚ ਜਿਹੜੇ ਨੈਗੇਟਿਵ ਪੁਆਇੰਟ ਨੇ ਨਾ, ਜਿਹੜੇ ਔਗਣ ਨੇ ਉਹਨਾਂ ਨੂੰ ਦੂਰ ਕਰ। ਤੇ ਔਗਣ ਦੂਰ ਤਾਂ ਹੋਣਗੇ ਜੇ ਪ੍ਰਭੂ ਪਰਮਾਤਮਾ ਦੇ ਗੁਣਾਂ ਦੇ ਨਾਲ ਜੁੜੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਗੁਣਾਂ ਦਾ ਖਜ਼ਾਨਾ ਹੈ। ਇਸ ਦੇ ਅੰਦਰ ਸੱਚੇ ਸਤਿਗੁਰ ਨੇ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕੀਤਾ ਹੈ, ਤੇ ਸੱਚੇ ਸਤਿਗੁਰ ਦੇ ਗੁਣਾਂ ਨੂੰ ਗਾਇਨ ਕਰ, ਜਿਸ ਨਾਲ ਪਰਮਾਤਮਾ ਦੇ ਨਾਲ ਤੇਰਾ ਪਿਆਰ ਵਾਜੇ। ਮਨ ਪ੍ਰੀਤ ਲਾਗਈ ਤਾਹੇ, ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਜਿਹੜੀ ਗੁਰਮੁਖਾਂ ਦੇ ਮਨ ਦੇ ਵਿੱਚ ਵੱਧ ਜਾਂਦੀ ਹੈ ਜੀ। ਤਜ ਆਨ ਕਤਹਿ ਨਾ ਜਾਹੇ। ਜਿੱਥੇ ਪ੍ਰੇਮ ਹੋ ਜਾਵੇ, ਜਿੱਥੇ ਪ੍ਰੀਤ ਹੋ ਜਾਵੇ, ਤੇ ਫਿਰ ਮਨ ਦਾ ਸੁਭਾਅ ਇਹ ਆਪਣੇ ਪਿਆਰ ਵਾਲੇ ਅਸਥਾਨ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ। ਮਨ ਦੀ ਜਿਹੜੀ ਪ੍ਰੀਤ ਹੈ, ਪ੍ਰੇਮ ਹੈ, ਇਹਦਾ ਇਹੀ ਸੁਭਾਅ ਹੈ ਮਨ ਦਾ। ਜਿੱਥੇ ਇਹਨੂੰ ਪ੍ਰੇਮ ਹੋ ਜਾਵੇ, ਜਿੱਥੇ ਪ੍ਰੀਤ ਹੋਵੇ, ਫਿਰ ਉੱਥੇ ਲੱਗਿਆ ਰਹਿੰਦਾ, ਉਹਨੂੰ ਛੱਡ ਕੇ ਕਿਤੇ ਹੋਰ ਪਾਸੇ ਨਹੀਂ ਜਾਂਦਾ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸੱਚੇ ਸਤਿਗੁਰ ਦੇ ਚਰਨਾਂ ਦੀ ਵਡਿਆਈ ਕੀਤੀ ਏ, ਤੇ ਫਿਰ ਇਹ ਆਖਿਆ ਵੀ ਅਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਜਿਹਨੇ ਕਿਰਪਾ ਕਰਕੇ ਆਪਣੇ ਚਰਨਾਂ ਕਮਲਾਂ ਦਾ ਸਾਨੂੰ ਪਿਆਰ ਦਿੱਤਾ ਹੈ, ਪ੍ਰੀਤ ਦਿੱਤੀ ਏ, ਤੇ ਮਨ ਜਿਹੜਾ ਇਹ ਭਵਰੇ ਦੀ ਤਰ੍ਹਾਂ ਗੁਰੂ ਚਰਨਾਂ ਦੇ ਉੱਤੇ ਪ੍ਰੀਤ ਕਰਦਾ, ਪ੍ਰੇਮ ਕਰਦਾ, ਤੇ ਇੱਥੇ ਮੰਡਰਾਉਂਦਾ ਰਹਿੰਦਾ ਹੈ, ਇਹਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ ਹੈ ਜੀ। ਹਰ ਨਾਮ ਰਸਨਾ ਕਹਿਣਾ। ਰਸਨਾ ਨਾਮ ਜ਼ੁਬਾਨ ਦਾ ਹੈ, ਕਿਉਂਕਿ ਇਹ ਸਾਰੇ ਪ੍ਰਕਾਰ ਦੇ ਰਸ ਨੇ ਜਿਹੜੇ ਉਹਨਾਂ ਨੂੰ ਜਾਣਦੀ ਹੈ, ਇਸ ਕਰਕੇ ਇਸ ਨੂੰ ਰਸਨਾ ਆਖਿਆ ਗਿਆ ਹੈ। ਹਰ ਨਾਮ ਰਸਨਾ ਕਹਿਣ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹ ਗੁਰੂ ਸਵਾਰੇ ਜਿਨ੍ਹਾਂ ਨੂੰ ਪ੍ਰੇਮ ਹੋ ਜਾਂਦਾ, ਪ੍ਰੀਤ ਹੋ ਜਾਂਦੀ, ਫਿਰ ਆਪਣੀ ਜ਼ੁਬਾਨ ਦੇ ਨਾਲ, ਆਪਣੀ ਰਸਨਾ ਦੇ ਨਾਲ ਹਰੀ ਪਰਮਾਤਮਾ ਦਾ ਜੋ ਨਾਮ ਹੈ ਉਸ ਦੇ ਜਸ ਨੂੰ ਗਾਇਨ ਕਰਦੇ ਹਨ ਜੀ। ਮਲ ਕਾ ਪਾਪ ਕਲਮਲ ਦਹਿਨ। ਜਦੋਂ ਅਸੀਂ ਗੁਰੂ ਮਹਾਰਾਜ ਜੀ ਦੇ ਨਾਮ ਦਾ ਜਸ ਗਾਇਨ ਕਰਦੇ ਹਾਂ ਇਸ ਜ਼ੁਬਾਨ ਦੇ ਨਾਲ, ਇਸ ਰਸਨਾ ਦੇ ਨਾਲ, ਤੇ ਇਸ ਦਾ ਲਾਭ ਇਹ ਹੁੰਦਾ ਹੈ ਮਲ ਪਾਪ, ਜਿਹੜੀ ਪਾਪਾਂ ਦੀ ਮੈਲ ਹੈ ਨਾ
ਕਲਮਲ ਜਿੰਦੇ ਨਾਲ ਮਨ ਜਿਹੜਾ ਇਹ ਕਲਪਨਾ ਦੀ ਮੈਲ ਦੇ ਵਿੱਚ ਚਲਾ ਜਾਂਦਾ ਹੈ, ਦਹਿਨ ਇਹ ਨਾਸ ਹੁੰਦਾ ਹੈ। ਜਿਵੇਂ ਜਿਵੇਂ ਸੱਚੇ ਸਤਿਗੁਰ ਦੇ ਜਸ ਨੂੰ ਅਸੀਂ ਆਪਣੀ ਰਸਨਾ ਦੇ ਨਾਲ ਉਚਾਰਨ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਪੜ੍ਹਦੇ ਹਾਂ, ਗੁਰੂ ਮਹਾਰਾਜ ਜੀ ਦੀਆਂ ਸਾਖੀਆਂ ਦੇ ਨਾਲ ਜੁੜਦੇ ਹਾਂ, ਭਗਤਾਂ ਦੇ ਜੀਵਨ ਦੇ ਨਾਲ ਸਾਖੀਆਂ ਦੇ ਨਾਲ ਜੁੜਦੇ ਹਾਂ, ਹੋਰ ਉੱਚੇ ਸੁੱਚੇ ਜੀਵਨ ਵਾਲੇ ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ ਜੀ, ਹੋਰ ਮਹਾਂਪੁਰਸ਼, ਇਹਨਾਂ ਦੇ ਜੀਵਨ ਨੂੰ ਜਦੋਂ ਅਸੀਂ ਪ੍ਰਸੰਗ ਨੂੰ ਪੜ੍ਹਦੇ ਹਾਂ ਤੇ ਫਿਰ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਮਲ ਪਾਪ, ਜਿਹੜੀ ਪਾਪਾਂ ਦੀ ਮੈਲ ਹੈ ਨਾ, ਕਲਮਲ ਦਹਿਨ, ਇਹ ਪਾਪਾਂ ਦੀ ਮੈਲ ਹੈ ਜਿਹੜੀ, ਜਿਹਦੇ ਨਾਲ ਮਨ ਜਿਹੜਾ ਇਹ ਕਲਪਨਾ ਦੀ ਮੈਲ ਦੇ ਵਿੱਚ, ਕਲ ਦੀ ਮੈਲ ਦੇ ਵਿੱਚ ਫਸਿਆ ਹੋਇਆ ਹੈ, ਇਹ ਮੈਲ ਸੜ ਜਾਂਦੀ ਹੈ ਜੀ। ਚੜ ਨਾਵ ਸੰਤ ਉਧਾਰ। ਇੱਥੇ ਸੰਤ ਦਾ ਅਰਥ ਗੁਰੂ ਹੈ। ਚੜ ਨਾਵ, ਨਾਵ ਦਾ ਅਰਥ ਹੈ ਬੇੜੀ, ਤੇ ਚੜ ਦਾ ਅਰਥ ਹੈ ਚੜ੍ਹਨਾ ਕਰੀਏ। ਸੰਤ ਦਾ ਅਰਥ ਹੈ ਗੁਰੂ ਮਹਾਰਾਜ ਜੀ, ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਉਸ ਪ੍ਰਭੂ ਪਰਮਾਤਮਾ ਦੇ ਜਸ ਵਾਲਾ ਬੇੜਾ ਤਿਆਰ ਕੀਤਾ ਹੈ। ਚੜ ਨਾਵ ਸੰਤ ਉਧਾਰ, ਜਿਹੜਾ ਗੁਰਮੁਖ ਪਿਆਰਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਨਾਲ ਜੁੜ ਜਾਂਦਾ ਹੈ, ਉਹ ਗੁਰੂ ਨਾਨਕ ਦੇਵ ਜੀ ਦੇ ਬੇੜੇ ਦਾ ਸਵਾਰ ਹੋ ਜਾਂਦਾ ਹੈ। ਧੰਨ ਗੁਰੂ ਜੀ ਨੇ ਸਾਨੂੰ ਪ੍ਰੇਰਿਆ ਵੀ ਅਸੀਂ ਵੀ ਧੰਨ ਗੁਰਬਾਣੀ ਦੇ ਨਾਲ ਜੁੜੀਏ, ਗੁਰੂ ਦੇ ਨਾਲ ਜੁੜੀਏ, ਤੇ ਅਸੀਂ ਵੀ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੁਆਰਾ ਇਹ ਤਿਆਰ ਕੀਤਾ ਗਿਆ ਜੋ ਬੇੜਾ ਹੈ, ਇਹਦੇ ਤੇ ਚੜ੍ਹਨਾ ਕਰੀਏ ਤੇ ਸਾਡਾ ਵੀ ਭਲਾ ਹੋ ਜਾਵੇ ਜੀ। ਭੈ ਤਰੇ ਸਾਗਰ ਪਾਰ। ਭੈ ਦਾ ਅਰਥ ਹੈ ਡਰ। ਜਦੋਂ ਸਾਡੇ ਅੰਦਰ ਡਰ ਹੋਵੇ ਨਾ, ਫਿਰ ਅਸੀਂ ਨਿੰਦਿਆ ਨਹੀਂ ਕਰਦੇ, ਭਾਵੇਂ ਅੱਖਾਂ ਦੇ ਸਾਹਮਣੇ ਵੇਖ ਲਈਏ। ਅਸੀਂ ਨਿੰਦਿਆ ਉਸੇ ਦੀ ਕਰਦੇ ਹਾਂ ਜਿਹੜਾ ਸਾਡੇ ਤੋਂ ਕਮਜ਼ੋਰ ਹੁੰਦਾ ਹੈ, ਜਿਹੜਾ ਸਾਡੇ ਤੋਂ ਮਾੜਾ ਹੁੰਦਾ ਹੈ। ਆਪ ਤੋਂ ਤਗੜੇ ਦੀ ਨਿੰਦਿਆ ਜਿਹੜੀ ਹੈ ਨਾ, ਇਹ ਕਰਨੀ ਬੜੀ ਔਖੀ ਹੈ। ਤੇ ਜਿਹੜਾ ਆਪ ਤੋਂ ਤਗੜੇ ਨੂੰ ਸੱਚ ਆਖਦਾ ਤੇ ਝੂਠ ਨੂੰ ਝੂਠ ਆਖਦਾ, ਉਹਨੂੰ ਸੰਤ ਆਖਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਆਖ ਦਿੱਤਾ ਸੀ। ਉਹ ਇੱਕ ਬੜਾ ਵੱਡਾ ਬਾਦਸ਼ਾਹ ਸੀ ਤੇ ਬੜੀ ਫੌਜ ਸੀ, ਪਰ ਗੁਰੂ ਨਾਨਕ ਦੇਵ ਜੀ ਨੇ ਡਰ ਸਨ, ਇਹਨਾਂ ਦੇ ਅੰਦਰ ਡਰ ਨਹੀਂ ਸੀ। ਸੱਚ ਦੇ ਪੁਜਾਰੀ ਸਨ, ਤੇ ਸੱਚ ਦਾ ਜਿਹੜਾ ਪੁਜਾਰੀ ਹੈ ਉਹ ਸਮੇਂ ਤੇ ਸੱਚੀ ਗੱਲ ਨੂੰ ਆਖਣ ਤੋਂ ਨਹੀਂ ਟਲਦਾ। ਉਹਨੇ ਸਮੇਂ ਦੇ ਅਨੁਸਾਰ ਸੱਚੀ ਗੱਲ ਨੂੰ ਆਖਣਾ ਹੈ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਇੱਥੇ ਦੱਸਦੇ ਨੇ, ਭਏ ਤਰੇ ਸਾਗਰ ਪਾਰ। ਪ੍ਰਭੂ ਪਰਮਾਤਮਾ ਦਾ ਜਿਹੜਾ ਡਰ ਰੱਖਣਾ ਆਪਣੇ ਅੰਦਰ, ਤੇ ਡਰ ਦੇ ਨਾਲ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਹਿਣਾ। ਹੁਣ ਡਰ ਕਾਹਦਾ? ਡਰ ਇੱਥੇ ਆਮ ਮਨੁੱਖਾਂ ਵਰਗਾ ਨਹੀਂ। ਡਰ ਇਹ ਹੈ ਵੀ ਪਰਮਾਤਮਾ ਦੇ ਨਾਲ ਜੋ ਸਾਡਾ ਪ੍ਰੇਮ ਬਣਿਆ, ਜਿਹੜੀ ਪ੍ਰੀਤ ਬਣੀ ਹੈ, ਇਹਦੇ ਵਿੱਚ ਵਿੱਥੀ ਨਾ ਆ ਜਾਵੇ, ਕੋਈ ਵੀ ਸਾਡੇ ਤੋਂ ਔਗਣ ਨਾ ਹੋ ਜਾਵੇ, ਕੋਈ ਵੀ ਸਾਡੇ ਤੋਂ ਗੁਨਾਹ ਨਾ ਹੋ ਜਾਵੇ, ਜਿਸ ਕਰਕੇ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਸਾਡੀ ਤਰੇੜ ਪੈ ਜਾਵੇ। ਭਗਤ ਰਹਿਮਨ ਜੀ ਹੋਏ ਨੇ, ਉਹਨਾਂ ਨੇ ਇੱਕ ਦੋਹਰਾ ਲਿਖਿਆ, ਉਹ ਲਿਖਦੇ ਨੇ, ਰਹਿਮਨ ਤਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ। ਰਹਿਮਨ ਤਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ। ਬਈ ਇਹ ਪ੍ਰੇਮ ਦਾ ਧਾਗਾ ਹੈ, ਇਹਨੂੰ ਕਿਤੇ ਝਟਕਾ ਕੇ ਅਸੀਂ ਤੋੜ ਨਾ ਦਈਏ। ਝਟਕਾਏ ਦਾ ਅਰਥ ਹੁੰਦਾ ਝਟਕਾ ਵੱਜਣਾ, ਤੇ ਇੱਥੇ ਝਟਕਾ ਕਾਹਦਾ ਵੱਜਦਾ? ਜਦੋਂ ਅਸੀਂ ਆਪਣੇ ਅੰਦਰੋਂ ਡਰ ਨੂੰ ਦੂਰ ਕਰਕੇ ਤੇ ਫਿਰ ਇੱਕ ਦੂਜੇ ਦੀ ਨਿੰਦਿਆ ਸ਼ੁਰੂ ਕਰ ਦਿੰਦੇ ਆ। ਅਸੀਂ ਕਈ ਵਾਰੀ ਇਤਨੇ ਗਿਰ ਜਾਂਦੇ ਆ ਕਿ ਆਪਣੇ ਗੁਰੂ ਨੂੰ ਵੀ ਨਹੀਂ ਬਖਸ਼ਦੇ, ਗੁਰੂ ਦੇ ਵਿਰੁੱਧ ਵੀ ਕਈ ਸ਼ਬਦ ਨੇ ਜਿਹੜੇ ਉਹ ਆਖ ਜਾਂਦੇ ਆ। ਜੇ ਅੰਦਰ ਭੈ ਹੋਵੇ, ਜੇ ਅੰਦਰ ਡਰ ਹੋਵੇ, ਤੇ ਫਿਰ ਅੰਦਰ ਸ਼ਰਧਾ ਜਿਹੜੀ ਹੈ ਨਾ ਉਹ ਬਣੀ ਰਹਿੰਦੀ ਹੈ। ਹੁਣ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਦੱਸਦੇ ਨੇ, ਭੈ ਤਰੇ ਸਾਗਰ ਪਾਰ। ਜਿਨ੍ਹਾਂ ਦੇ ਅੰਦਰ ਭੈ ਹੈ ਉਹ ਤਾਰ ਜਾਂਦੇ ਨੇ ਸੰਸਾਰ ਸਾਗਰ ਤੋਂ, ਤੇ ਜਿਨ੍ਹਾਂ ਦੇ ਅੰਦਰ ਡਰ ਨਹੀਂ ਹੈਗਾ, ਫਿਰ ਭਗਤ ਰਹਿਮਨ ਜੀ ਦਾ ਜਿਹੜਾ ਦੋਹਰਾ ਹੈ ਨਾ, ਰਹਿਮਨ ਤਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ, ਟੂਟੇ ਨਾ ਜੁੜੇ। ਪਹਿਲੀ ਗੱਲ ਤਾਂ ਜਿੱਥੇ ਵਿੱਥੀ ਪੈ ਜਾਵੇ ਉਹ ਜੁੜਦਾ ਹੀ ਨਹੀਂ। ਜੇ ਜੁੜੇ ਗੰਠ ਪੜ ਜਾਏ, ਜੇ ਜੋੜ ਵੀ ਲਵਾਂਗੇ ਤੇ ਉਹ ਗੰਢ ਹੈ ਨਾ ਜਿਹੜੀ ਉਹ ਦਿਸਦੀ ਰਹੇਗੀ ਵੀ ਆ ਵੇਖੋ ਗੰਢ ਪਈ, ਇੱਥੋਂ ਟੁੱਟਿਆ ਹੋਏਗਾ, ਇੱਥੋਂ ਟੁੱਟਿਆ ਹੈ। ਭੈ ਤੇਰੇ ਸਾਗਰ ਪਾਰ, ਹੈ ਸੱਚੇ ਸਤਿਗੁਰ ਤੂੰ ਕਿਰਪਾ ਕਰ, ਅਸੀਂ ਤੇਰੀ ਭੈ ਭਾਵਨਾ ਦੇ ਵਿੱਚ ਰਹੀਏ, ਤੇ ਤੇਰੀ ਭੈ ਭਾਵਨਾ ਦੇ ਵਿੱਚ ਰਹਿ ਕੇ ਇਹ ਸੰਸਾਰ ਸਾਗਰ ਹੈ ਜਿਹੜਾ ਇਹਦੇ ਤੋਂ ਪਾਰ ਹੋ ਜਾਈਏ ਜੀ। ਮਨ ਡੋਰ ਪ੍ਰੇਮ ਪ੍ਰੀਤ। ਡੋਰ ਦਾ ਅਰਥ ਹੁੰਦਾ
ਰੱਸੀ ਜਿਵੇਂ ਪਤੰਗ ਨੂੰ ਡੋਰ ਪਾਈ ਹੁੰਦੀ ਹੈ ਤੇ ਉਹ ਹਵਾ ਦੇ ਵਿੱਚ ਉੜਦੀ ਰਹਿੰਦੀ ਏ ਡੋਰ ਦੇ ਆਸਰੇ ਦੇ ਨਾਲ, ਉਸੇ ਤਰ੍ਹਾਂ ਸਾਡਾ ਮਨ ਹੈ ਜਿਹੜਾ ਇਹ ਅਧਿਆਤਮਿਕ ਦੀ ਦੁਨੀਆ ਦੇ ਵਿੱਚ ਪ੍ਰੇਮ ਦੀ ਡੋਰੀ ਦੇ ਨਾਲ ਉਡਾਰੀਆਂ ਮਾਰਦਾ ਏ। ਮਨ ਡੋਰ ਪ੍ਰੇਮ ਪ੍ਰੀਤ ਜਿਨ੍ਹਾਂ ਦੇ ਅੰਦਰ ਪ੍ਰਭੂ ਪਰਮਾਤਮਾ ਦੀ ਪ੍ਰੀਤ ਬਣੀ ਏ। ਪ੍ਰੀਤ ਦਾ ਅਰਥ ਏ ਸੱਚੇ ਸਤਿਗੁਰ ਦੇ ਚਰਨਾਂ ਦਾ ਹਰ ਵਕਤ ਮਨ ਦੇ ਵਿੱਚ ਖਿਆਲ ਰਹਿਣਾ, ਤੇ ਪ੍ਰੇਮ ਹੈ ਪਿਆਰ। ਜਿਨ੍ਹਾਂ ਗੁਰੂ ਸਵਾਰਿਆਂ ਨੂੰ ਗੁਰੂ ਦੇ ਨਾਲ ਪਿਆਰ ਹੈ, ਫਿਰ ਉਹ ਗੁਰੂ ਦੀਆਂ ਨਿਸ਼ਾਨੀਆਂ ਦੇ ਨਾਲ ਵੀ ਪਿਆਰ ਕਰਦੇ ਨੇ। ਧੰਨ ਗੁਰੂ ਮਹਾਰਾਜ ਜੀ ਨੇ ਸਾਨੂੰ ਚਿੰਨ੍ਹ ਦਿੱਤੇ ਨੇ, ਨਿਸ਼ਾਨੀਆਂ ਦਿੱਤੇ ਨੇ, ਕੇਸ ਦਿੱਤੇ ਨੇ, ਕਕਾਰ ਸ੍ਰੀ ਸਾਹਿਬ ਦਿੱਤੀ ਏ। ਜਿਹੜੇ ਗੁਰੂ ਨੂੰ ਪਿਆਰ ਕਰਦੇ ਨੇ ਉਹ ਗੁਰੂ ਦੀਆਂ ਨਿਸ਼ਾਨੀਆਂ ਦੇ ਨਾਲ ਵੀ ਪਿਆਰ ਕਰਦੇ ਨੇ। ਤੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਨੇ ਪ੍ਰੇਮ ਦੀ ਡੋਰੀ ਬੰਨ੍ਹ ਦਿੱਤੀ ਏ, ਉਹਨਾਂ ਦਾ ਮਨ ਹੈ ਜਿਹੜਾ ਉਹ ਫਿਰ ਅਧਿਆਤਮਿਕ ਦੀ ਦੁਨੀਆ ਦੇ ਵਿੱਚ ਉਡਾਰੀਆਂ ਮਾਰਦਾ। ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ। ਮਨ ਡੋਰ ਪ੍ਰੇਮ ਪ੍ਰੀਤ ਮਨ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਪ੍ਰੇਮ ਤੇ ਪ੍ਰੀਤ ਵਾਲੀ ਡੋਰੀ ਦੇ ਵਿੱਚ ਬੱਝਿਆ ਰਹਿੰਦਾ ਹੈ ਜੀ। ਇਹ ਸੰਤ ਨਿਰਮਲ ਰੀਤ ਜਿਹੜੇ ਗੁਰੂ ਸਵਾਰੇ ਦਾ ਮਨ ਪਰਮਾਤਮਾ ਦੇ ਪ੍ਰੇਮ ਦੀ ਡੋਰੀ ਦੇ ਵਿੱਚ ਬੱਝਿਆ ਤੇ ਪ੍ਰੀਤ ਬਣੀ ਹੋਈ ਏ, ਉਹ ਸੰਤ ਹੋ ਗਿਆ ਏ। ਨਿਰਮਲ ਰੀਤ ਜਿਹੜੇ ਸੰਤ ਨੇ ਉਹਨਾਂ ਦੀ ਇਹੀ ਮਰਿਆਦਾ ਹੈ, ਤੇ ਇਹ ਮਰਿਆਦਾ ਬੜੀ ਪਵਿੱਤਰ ਹੈ। ਜਿਤਨੀ ਪ੍ਰੇਮ ਵਾਲੀ ਮਰਿਆਦਾ ਪਵਿੱਤਰ ਹੈ, ਇਤਨੀ ਹੋਰ ਕੋਈ ਮਰਿਆਦਾ ਪਵਿੱਤਰ ਨਹੀਂ। ਇਹ ਸੰਤ ਨਿਰਮਲ ਰੀਤ, ਇਹ ਜਿਹੜੀ ਰੀਤ ਹੈ, ਇਹ ਜਿਹੜੀ ਮਰਿਆਦਾ ਹੈ ਬੜੀ ਪਵਿੱਤਰ ਹੈ। ਤੇ ਇਹ ਸੰਤਾਂ ਮਹਾਂਪੁਰਸ਼ਾਂ ਦੀ ਮਰਿਆਦਾ, ਉਹ ਇਸ ਮਰਿਆਦਾ ਦੇ ਨਾਲ ਆਪਣੇ ਮਨ ਨੂੰ ਪ੍ਰਭੂ ਪਰਮਾਤਮਾ ਨੂੰ ਡੋਰੀਆਂ ਪਾ ਕੇ ਪ੍ਰੇਮ ਦੀਆਂ ਆਪਣੇ ਨਾਲ ਜੋੜ ਕੇ ਰੱਖਦੇ ਹਨ ਜੀ। ਤਜ ਗਏ ਪਾਪ ਵਿਕਾਰ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਬਣ ਗਿਆ, ਜਿਨ੍ਹਾਂ ਦਾ ਮਨ ਪ੍ਰੇਮ ਦੀ ਡੋਰੀ ਦੇ ਵਿੱਚ ਬੱਝਿਆ, ਤੇ ਉਹ ਫਿਰ ਅਵਾਰਾ ਨਹੀਂ ਫਿਰਦਾ। ਤਜ ਗਏ ਪਾਪ ਵਿਕਾਰ, ਉਸ ਦੇ ਮਨ ਨੂੰ ਪਾਪ ਤੇ ਵਿਕਾਰ ਨੇ ਜਿਹੜੇ ਉਹ ਆਪ ਹੀ ਛੱਡ ਕੇ ਚਲੇ ਜਾਂਦੇ ਨੇ। ਇਹਨੂੰ ਇਸ ਤਰ੍ਹਾਂ ਸਮਝ ਲਓ, ਸਾਡਾ ਬੱਚਾ ਹੈ ਉਹ ਮਾੜੀ ਸੰਗਤ ਦੇ ਵਿੱਚ ਪੈ ਗਿਆ ਹੈ। ਹੁਣ ਜਿਹੜੀ ਮਾੜੀ ਸੰਗਤ ਦੇ ਬੱਚੇ ਨੂੰ ਨਹੀਂ ਛੱਡਦੀ ਤੇ ਸਾਡਾ ਬੱਚਾ ਉਹਨੂੰ ਨਹੀਂ ਛੱਡਦਾ। ਹੁਣ ਦੂਜਿਆਂ ਦੇ ਬੱਚੇ ਨੇ ਜਿਹੜੇ, ਉਹਨੂੰ ਤਾਂ ਆਪਾਂ ਕੁਝ ਆਖ ਨਹੀਂ ਸਕਦੇ। ਆਪਣੇ ਬੱਚੇ ਨੂੰ ਆਪਾਂ ਆਖ ਸਕਦੇ ਹਾਂ ਜਦੋਂ ਅਸੀਂ ਆਪਣੇ ਬੱਚੇ ਤੇ ਕੰਟਰੋਲ ਕਰ ਦਿੰਦੇ ਹਾਂ, ਉਹਨੂੰ ਐਵੇਂ ਅਵਾਰਾ ਬਾਹਰ ਨਹੀਂ ਜਾਣ ਦਿੰਦੇ, ਨਜਾਇਜ਼ ਖਰਚਾ ਨਹੀਂ ਦਿੰਦੇ। ਇਹ ਵੀ ਇੱਕ ਬੱਚੇ ਨੂੰ ਵਿਗਾੜਨਾ ਜਿਹੜਾ ਲੋੜ ਤੋਂ ਜ਼ਿਆਦਾ ਉਹਨੂੰ ਖਰਚਾ ਦੇਣਾ ਹੈ। ਤਜ ਗਏ ਪਾਪ ਵਿਕਾਰ, ਇਸ ਤਰ੍ਹਾਂ ਹੁਣ ਬੱਚਾ ਜਿਹੜਾ ਉਹ ਘਰੇ ਰਹਿਣ ਲੱਗ ਗਿਆ, ਆਪਣੇ ਕੰਮ ਧੰਦੇ 'ਚ ਰਹਿਣ ਲੱਗ ਗਿਆ, ਤੇ ਜਿਹੜੇ ਅਵਾਰਾ ਮੁੰਡਿਆਂ ਦੀ ਸੰਗਤ ਸੀ ਨਾ, ਉਹ ਆਪੇ ਹੀ ਛੱਡ ਜਾਣਗੇ ਹੌਲੀ ਹੌਲੀ ਵੀ। ਉਹ ਤਾਂ ਆਉਂਦਾ ਨਹੀਂ ਤੇ ਆਪਾਂ ਉਹਦੇ ਤੋਂ ਕੀ ਕਰਾਉਣਾ ਹੈ। ਉਸੇ ਤਰ੍ਹਾਂ ਜਿਨ੍ਹਾਂ ਨੇ ਆਪਣੇ ਮਨ ਨੂੰ ਪਰਮਾਤਮਾ ਦੀਆਂ ਪ੍ਰੇਮ ਦੀਆਂ ਡੋਰੀਆਂ ਦੇ ਵਿੱਚ ਬੰਨ੍ਹ ਰੱਖਿਆ ਹੈ, ਉਹ ਸੰਤ ਹੋ ਗਏ ਨੇ। ਉਹਨਾਂ ਦੀ ਇਹ ਪ੍ਰੇਮ ਵਾਲੀ ਜਿਹੜੀ ਮਰਿਆਦਾ ਹੈ, ਇਹ ਪ੍ਰੇਮ ਵਾਲੀ ਮਰਿਆਦਾ ਵਿੱਚ ਜੋ ਰਹਿੰਦੇ ਨੇ, ਇਹ ਬੜੀ ਨਿਰਮਲ ਹੈ। ਤੇ ਹੁਣ ਵਿਕਾਰ ਨੇ ਜਿਹੜੇ ਉਹ ਆਪਣੇ ਆਪ ਛੱਡ ਗਏ ਨੇ, ਤੇ ਪਾਪ ਵੀ ਹਟ ਗਏ ਹਨ ਜੀ। ਹਰ ਮਿਲੇ ਪ੍ਰਭ ਨਿਰੰਕਾਰ, ਉਸ ਗੁਰੂ ਸਵਾਰੇ ਨੂੰ ਫਿਰ ਆਣ ਕੇ ਪਰਮਾਤਮਾ ਆਪ ਮਿਲਦਾ ਹੈ। ਨਿਰੰਕਾਰ ਕਾਰ ਤੋਂ ਰਹਿਤ ਪ੍ਰਭੂ ਪਰਮਾਤਮਾ ਹਰੀ ਆਪ ਉਸ ਗੁਰਸਿੱਖ ਨੂੰ, ਗੁਰਮੁਖ ਪਿਆਰੇ ਨੂੰ ਆਣ ਕੇ ਮਿਲਦਾ ਹੈ ਜੀ। ਪ੍ਰਭ ਦੇਖੀਐ ਵਿਸਮਾਦ, ਤੇ ਜਦੋਂ ਪ੍ਰਭੂ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਫਿਰ ਬੜੇ ਹੈਰਾਨ ਹੋ ਜਾਈਦਾ। ਉਹਦੇ ਦਰਸ਼ਨ ਨੇ ਜਿਹੜੇ ਉਹ ਵਿਸਮਾਦ ਕਰਨ ਵਾਲੇ ਨੇ। ਵਿਸਮਾਦ ਦਾ ਅਰਥ ਆਪਾਂ ਵੈਸੇ ਦਰਸ਼ਨ ਕਰ ਦਿੰਦੇ ਹਾਂ, ਵਿਸਮਾਦ ਦਾ ਅਰਥ ਹੋ ਜਾਂਦਾ ਵਿਸ਼ਮ ਦੇ ਵਿੱਚ ਚਲੇ ਜਾਣਾ। ਇੱਕ ਇਸ ਤਰ੍ਹਾਂ ਦੀ ਅੰਦਰ ਅਵਸਥਾ ਪ੍ਰਾਪਤ ਹੋ ਜਾਣੀ ਜਿਸ ਨੂੰ ਬਿਆਨ ਕਰਕੇ ਨਾ ਦੱਸਿਆ ਜਾਵੇ ਵੀ ਇੱਥੇ ਆਨੰਦ ਤੇ ਸਕੂਨ ਕਿੰਨਾ ਹੈ, ਉਸ ਨੂੰ ਵਿਸਮਾਦ ਆਖਦੇ ਨੇ। ਵਿਸਮ ਆਦ, ਜੋ ਸਾਡੀ ਆਦ ਅਵਸਥਾ ਸੀ ਜਦੋਂ ਅਸੀਂ ਪਰਮਾਤਮਾ ਸੱਚੇ ਸਤਿਗੁਰ ਦੇ ਅੰਸ਼ ਰੂਪ ਉਸ ਦੇ ਵਿੱਚ ਅਭੇਦ ਸਾਂ, ਉਹੀ ਅਵਸਥਾ ਜਦੋਂ ਦੁਬਾਰਾ ਫਿਰ ਪ੍ਰਾਪਤ ਹੋ ਜਾਂਦੀ ਏ ਤੇ ਫਿਰ ਉਸ ਨੂੰ ਆਖਦੇ ਨੇ ਵਿਸਮਾਦ। ਮੇਰੇ ਖਿਆਲ ਗੱਲ ਨਹੀਂ ਬਣੀ, ਇੱਕ ਵਾਰੀ ਮੈਂ ਹੋਰ ਸਮਝਾਉਣ ਦਾ ਯਤਨ ਕਰਨਾ। ਕੋਈ ਮਨੁੱਖ ਹੋਵੇ ਤੇ ਬੜਾ ਅਮੀਰ ਹੋਵੇ, ਬੜੀ ਧਨ ਦੌਲਤ ਹੋਵੇ, ਬੜਾ ਸੁੱਖ ਦੇ ਵਿੱਚ ਰਹਿੰਦਾ ਹੋਵੇ, ਤੇ ਕੁਦਰਤੀ ਕੋਈ ਇਸ ਤਰ੍ਹਾਂ ਦੀ ਕਿਰਿਆ ਹੋ ਜਾਵੇ ਜਿਹਦੇ ਨਾਲ ਉਹਦਾ ਸਾਰਾ ਕੁਝ ਜਿਹੜਾ ਨਾ ਉਹ ਨਸ਼ਟ ਹੋ ਜਾਵੇ ਤੇ ਬੜੀ ਗਰੀਬੀ ਦੇ ਵਿੱਚ ਚਲਾ ਜਾਵੇ। ਗੁਰਬਾਣੀ ਦੇ ਅੰਦਰ ਵੀ ਦਰਜ ਹੈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏ, ਸੁਲਤਾਨਾ ਘਾਉ ਕਦਾਏ। ਜੇ ਪਰਮਾਤਮਾ ਵਾਹਿਗੁਰੂ ਦੀ ਨਜ਼ਰ ਪੁੱਠੀ ਹੋ ਜਾਵੇ ਨਾ,
ਫਿਰ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ ਨੇ ਉਹਨਾਂ ਨੂੰ ਘਾਹ ਖੋਤਣ ਲਾ ਦਿੰਦਾ ਹੈ। ਤੇ ਇਸ ਤਰ੍ਹਾਂ ਦੀ ਹਾਲਤ, ਇਤਨੀ ਗਰੀਬੀ ਤੋਂ ਬਾਅਦ ਜਦੋਂ ਉਸ ਨੂੰ ਫਿਰ ਇਹ ਅਵਸਥਾ ਅਮੀਰੀ ਵਾਲੀ ਪ੍ਰਾਪਤ ਹੋ ਜਾਵੇ, ਬੜਾ ਅਮੀਰ ਤੇ ਸੁੱਖ ਦੇ ਵਿੱਚ ਆ ਜਾਵੇ, ਤੇ ਫਿਰ ਉਹਨੂੰ ਬੜਾ ਸਕੂਨ ਆਉਂਦਾ ਹੈ, ਬੜਾ ਆਨੰਦ ਆਉਂਦਾ ਵੀ ਹਾਂ ਮੈਂ ਪਹਿਲੋਂ ਵੀ ਇਸ ਤਰ੍ਹਾਂ ਦਾ ਸੀ ਤੇ ਕੁਝ ਗਲਤੀਆਂ ਦੇ ਕਾਰਨ ਇਤਨੀ ਸਾਰਾ ਗਰੀਬੀ ਜਿਹੜੀ ਉਹਨੂੰ ਵੇਖਣ ਨਾ ਕੀਤਾ ਉੱਧਰ ਚਲਾ ਗਿਆ, ਤੇ ਆਹ ਅਵਸਥਾ ਜਿਹੜੀ ਪਹਿਲੋਂ ਵਾਲੀ ਹੈ ਫਿਰ ਮੈਨੂੰ ਉਹੀ ਹਾਲਤ, ਉਤਨਾ ਹੀ ਸੁੱਖ ਤੇ ਆਨੰਦ ਜਿਹੜਾ ਫਿਰ ਵੱਜ ਗਿਆ। ਇਹਨੂੰ ਆਖਦੇ ਨੇ ਵਿਸਮ ਆਦ, ਦੋ ਸ਼ਬਦਾਂ ਤੋਂ ਬਣਿਆ ਵਿਸਮ ਆਦ ਵਿਸਮਾਦ। ਆਦ ਸਾਡੀ ਜਿਹੜੀ ਅਵਸਥਾ ਹੈ ਉਹ ਪ੍ਰਭੂ ਪਰਮਾਤਮਾ ਦੀ ਅਸੀਂ ਅੰਸ਼ ਹਾਂ, ਤੇ ਉਹਦੇ ਨਾਲੋਂ ਕਿਸੇ ਨਾ ਕਿਸੇ ਕਾਰਨ ਇਸ ਸਮਾਜ ਦੇ ਵਿੱਚ, ਦੁਨੀਆ ਦੇ ਵਿੱਚ ਅਸੀਂ ਆਏ ਹਾਂ ਵਿਛੜ ਕੇ, ਤੇ ਜਦੋਂ ਦੁਬਾਰਾ ਫਿਰ ਉਸੇ ਅਵਸਥਾ ਨੂੰ ਪ੍ਰਾਪਤ ਹੋਈਦਾ ਤੇ ਫਿਰ ਉਹ ਹਾਲਾਤ, ਉਹ ਸਮਾਂ ਜਿਹੜਾ ਜਦੋਂ ਯਾਦ ਆਉਂਦਾ ਉਦੋਂ ਵਿਸਮ ਦੇ ਵਿੱਚ ਚਲੀ ਜਾਈਦਾ। ਪ੍ਰਭ ਪੇਖੀਏ ਵਿਸਮਾਦ, ਇਸ ਤਰ੍ਹਾਂ ਪ੍ਰਭੂ ਪਰਮਾਤਮਾ ਨੂੰ ਜਦੋਂ ਵੇਖੀਦਾ, ਅੰਦਰ ਅਨੁਭਵ ਤੇ ਮਹਿਸੂਸ ਫੀਲ ਕਰੀਦਾ, ਉਦੋਂ ਫਿਰ ਵਿਸਮ ਵਾਲੀ ਜਿਹੜੀ ਅਵਸਥਾ ਹੈ ਉਹ ਬਣ ਜਾਂਦੀ ਹੈ ਜੀ। ਚਖ ਅਨੰਦ ਪੂਰਨ ਸਾਧ। ਚਖ ਦਾ ਅਰਥ ਹੁੰਦਾ ਥੋੜਾ ਜਿਹਾ ਖਾ ਕੇ ਵੇਖ ਲੈਣਾ, ਜਿਵੇਂ ਸੇਬ ਹੈ ਤੇ ਉਸ ਦੀ ਆਪਾਂ ਇੱਕ ਫਾੜੀ ਕੱਟ ਕੇ ਖਾ ਕੇ ਵੇਖ ਲਈਏ ਵੀ ਇਹ ਖੱਟਾ ਹੈ ਕਿ ਮਿੱਠਾ ਹੈ ਜਾਂ ਖੋਖਲਾ ਹੈ, ਇਹਦਾ ਸਵਾਦ ਕਿਸ ਤਰ੍ਹਾਂ ਦਾ ਹੈ, ਇਹਨੂੰ ਕਹਿੰਦੇ ਨੇ ਚਖ ਅਨੰਦ। ਇਹ ਸਾਰੇ ਪ੍ਰਕਾਰ ਦੇ ਜਿਹੜੇ ਸੁੱਖ ਨੇ ਉਹਨਾਂ ਨੂੰ ਜਦੋਂ ਪਿੱਛੇ ਛੱਡ ਜਾਈਏ ਤੇ ਅੱਗੇ ਨਿਕਲ ਜਾਈਏ, ਉਸ ਅਵਸਥਾ ਦਾ ਨਾਮ ਹੈ ਆਨੰਦ। ਜਿਹੜੇ ਸੰਸਾਰਿਕ ਸੁੱਖ ਨੇ, ਪਦਾਰਥਕ ਸੁੱਖ ਨੇ, ਇਹ ਪੁਰਾਣੇ ਹੋ ਜਾਂਦੇ ਨੇ, ਪਰ ਆਨੰਦ ਵਾਲੀ ਅਵਸਥਾ ਜਿਹੜੀ ਇਹ ਪੁਰਾਣੀ ਨਹੀਂ ਹੁੰਦੀ। ਜਿਵੇਂ ਅਸੀਂ ਨਵੀਂ ਕਾਰ ਲਿਆਏ ਹਾਂ, ਜਿਸ ਦਿਨ ਨਵੀਂ ਕਾਰ ਆਈ ਹੈ ਸਾਰਾ ਪਰਿਵਾਰ ਬੜਾ ਖੁਸ਼ ਹੈ, ਗੁਆਂਢੀ ਪੜੋਸੀ ਵੀ ਆਣ ਕੇ ਵਧਾਈਆਂ ਦਿੰਦੇ ਨੇ, ਅਸੀਂ ਡੱਬਾ ਚੱਕੀ ਫਿਰਦੇ ਹਾਂ, ਸਾਰਿਆਂ ਦਾ ਮੂੰਹ ਮਿੱਠਾ ਕਰਾਈ ਜਾਂਦੇ ਹਾਂ। ਹੁਣ ਜਿਵੇਂ ਜਿਵੇਂ ਕਾਰ ਪੁਰਾਣੀ ਹੋਈ ਹੈ ਉਵੇਂ ਉਵੇਂ ਜਿਹੜਾ ਸੁੱਖ ਸੀ ਨਾ, ਖੁਸ਼ੀ ਸੀ, ਉਹ ਵੀ ਪੁਰਾਣੀ ਹੋਣੀ ਸ਼ੁਰੂ ਹੋ ਗਈ ਹੈ। ਪਰ ਇਹ ਆਨੰਦ ਦੀ ਅਵਸਥਾ ਜਿਹੜੀ, ਇਹ ਸਵਾਈ ਤਾਂ ਹੋ ਸਕਦੀ ਹੈ, ਜ਼ਿਆਦਾ ਤਾਂ ਹੋ ਸਕਦੀ ਹੈ, ਘਟਦੀ ਨਹੀਂ। ਸਾਰੇ ਸੁੱਖਾਂ ਤੋਂ ਉਪਰੰਤ ਜਿਹੜੀ ਅਵਸਥਾ ਪ੍ਰਾਪਤ ਹੁੰਦੀ ਹੈ, ਅੱਗੇ ਵਾਲੀ ਜਿਹੜੀ ਅਵਸਥਾ, ਉਹਨੂੰ ਆਨੰਦ ਆਖਿਆ ਜਾਂਦਾ ਹੈ। ਤੇ ਚਖ ਦਾ ਅਰਥ ਹੁੰਦਾ ਚਖਣਾ, ਖਾਣਾ ਵੀ, ਤੇ ਚਖ ਜਿਹੜਾ ਇਹ ਅੱਖ ਨੂੰ ਵੀ ਆਖਿਆ ਜਾਂਦਾ ਹੈ। ਚਖ ਆਨੰਦ ਪੂਰਨ ਸਾਧ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਆਪਾਂ ਦੋਵੇਂ ਅਰਥ ਹੀ ਸਮਝ ਲੈਂਦੇ ਹਾਂ। ਜਿਵੇਂ ਕਿਸੇ ਚੀਜ਼ ਨੂੰ ਖਾਣ ਤੋਂ ਉਹਦਾ ਆਨੰਦ ਬਣ ਜਾਂਦਾ, ਪੂਰਨ ਸਾਧ, ਪੂਰਾ ਸਵਾਦ ਜਿਹੜਾ ਉਹ ਪਤਾ ਲੱਗ ਜਾਂਦਾ। ਸਾਧ ਦਾ ਅਰਥ ਇੱਥੇ ਸਵਾਦ, ਪੂਰਨ ਸਾਧ ਚਖ ਆਨੰਦ। ਜਿਵੇਂ ਕਿਸੇ ਪਦਾਰਥ ਨੂੰ ਥੋੜਾ ਜਿਹਾ ਖਾਣ ਤੋਂ ਸਾਨੂੰ ਉਸ ਦੇ ਪੂਰੇ ਸਵਾਦ ਦਾ ਪਤਾ ਲੱਗ ਜਾਂਦਾ ਹੈ, ਇਸੇ ਤਰ੍ਹਾਂ ਵੇਖਣ ਤੋਂ ਵੀ ਸਾਨੂੰ ਉਸ ਦੇ ਪੂਰੇ ਸਵਾਦ ਦਾ, ਪੂਰੇ ਸੁੱਖ ਦਾ ਪਤਾ ਲੱਗ ਜਾਂਦਾ। ਜਿਹੜੀਆਂ ਸਿਆਣੀਆਂ ਮਾਈਆਂ ਹੁੰਦੀਆਂ ਨੇ, ਉਹ ਕਦੇ ਦਾਲ ਦੇ ਵਿੱਚ ਹੱਥ ਨਹੀਂ ਮਾਰਿਆ ਕਰਦੀਆਂ, ਕੜਛੀ ਦੇ ਉੱਤੇ ਇੱਕ ਦਾਣਾ ਚੜਾ ਕੇ ਨਾ ਪਤੀਲੀ ਦੇ ਵਿੱਚੋਂ ਉਹਨੂੰ ਟੋਹ ਕੇ ਵੇਖ ਲੈਂਦੀਆਂ ਨੇ ਵੀ ਇਹ ਰਿੱਝ ਗਈ ਹੈ ਕਿ ਨਹੀਂ ਰਿੱਝੀ। ਜੇ ਰਿੱਝ ਗਈ ਹੈ ਤੇ ਫਿਰ ਲਾ ਲੈਂਦੀਆਂ ਨੇ, ਜੇ ਨਹੀਂ ਰਿੱਝੀ ਤੇ ਦੋ ਕੁ ਵਾਰੀ ਹੋਰ ਰਿੰਨ ਲੈਂਦੀਆਂ ਨੇ। ਇਹਨੂੰ ਵੀ ਚਖ ਆਖਦੇ ਨੇ, ਸਮਝ ਲੈਣਾ। ਚਖ ਆਨੰਦ ਪੂਰਨ ਸਾਧ। ਜਿਹੜੇ ਗੁਰੂ ਸਵਾਰਿਆਂ ਨੇ, ਪ੍ਰਭੂ ਪਰਮਾਤਮਾ ਦੇ ਦਰਸ਼ਨ ਕੀਤੇ ਨੇ ਜਾਂ ਉਸ ਦੇ ਨਾਮ ਰਸ ਨੂੰ ਮਾਣਿਆ ਹੈ, ਫਿਰ ਉਹ ਆਨੰਦ ਵਾਲੀ ਅਵਸਥਾ ਵਿੱਚ ਗਏ ਚਲੇ ਨੇ, ਤੇ ਉੱਥੇ ਪੂਰਨ ਰੂਪ ਦੇ ਵਿੱਚ ਉਹਨਾਂ ਨੂੰ ਆਨੰਦ ਸਵਾਦ ਆ ਗਿਆ ਹੈ ਜੀ। ਇਤ ਇਸ ਦੁਨੀਆ ਨੂੰ ਆਖਿਆ ਤੇ ਊਤ ਉਸ ਦੁਨੀਆ ਨੂੰ ਆਖਿਆ। ਲੋਕ ਤੇ ਪਰਲੋਕ ਆਪਾਂ ਆਖ ਦਿੰਦੇ ਆ। ਜਿਸ ਦੇ ਅੰਦਰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਜਿਹੜਾ ਵਿਸਮ ਹੋ ਗਿਆ ਹੈ, ਜਿਸ ਨੇ ਅੰਦਰ ਪ੍ਰਭੂ ਪਰਮਾਤਮਾ ਦੇ ਨਾਮ ਰਸ ਨੂੰ ਮਾਣ ਕੇ ਆਨੰਦ ਵਾਲੀ ਅਵਸਥਾ ਦੇ ਵਿੱਚ ਪੂਰਨ ਹੋ ਗਿਆ ਨਾ, ਨਹਿ ਡੋਲੀਏ। ਇਹ ਹੁਣ ਡੋਲਦਾ ਨਹੀਂ। ਡੋਲਦਾ ਕੌਣ ਹੈ? ਡੋਲਦਾ ਉਹ ਹੈ ਜਿਹਨੂੰ ਅਜੇ ਤੱਕ ਇੰਦਰੀਆਂ ਦਾ ਜਿਹੜਾ ਰਸ ਹੈ ਉਹ ਮਾਨਣ ਦਾ ਸੁਭਾਅ ਹੈ, ਦੂਜਾ ਨਹੀਂ ਡੋਲਦਾ। ਨਹਿ ਡੋਲੀਏ ਇਤ ਊਤ। ਉਹ ਫਿਰ ਲੋਕ ਤੇ ਪਰਲੋਕ ਦੇ ਵਿੱਚ ਕਿਤੇ ਵੀ ਨਹੀਂ ਡੋਲਦਾ ਹੈ ਜੀ। ਪ੍ਰਭ ਬਸੇ ਹਰ ਹਰ ਚੀਤ। ਤੇ ਪ੍ਰਭੂ ਪਰਮਾਤਮਾ ਉਹਦੇ ਚਿੱਤ ਦੇ ਵਿੱਚ ਵਸ ਜਾਂਦਾ। ਹੁਣ ਉਹਨੂੰ ਚੇਤਾ ਕਾਹਦਾ ਰਹਿੰਦਾ? ਵਾਹਿਗੁਰੂ ਆਖਣ ਦਾ ਚੇਤਾ ਰਹਿੰਦਾ, ਉਹ ਵਾਹਿਗੁਰੂ ਦਾ ਚੇਤਾ ਨਹੀਂ ਭੁੱਲਦਾ। ਪ੍ਰਭ ਬਸੇ, ਉਹਦੇ ਅੰਦਰ ਪਰਮਾਤਮਾ ਦਾ ਵਾਸਾ ਹੋ ਗਿਆ ਹੈ, ਤੇ ਵਾਹਿਗੁਰੂ ਵਾਹਿਗੁਰੂ ਆਖ ਕੇ ਉਸ ਪਰਮਾਤਮਾ ਨੂੰ ਚੇਤੇ ਕਰ ਲੈਂਦਾ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। 8 ਪੌੜੀਆਂ ਦਾ ਸ਼ਬਦ ਦੇ 4 ਪੌੜੀਆਂ ਦੀ ਆਪਾਂ ਨੇ ਵਿਚਾਰ ਕੀਤੀ ਹੈ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਨਗੇ, ਆਉਣ ਵਾਲੇ ਸਮੇਂ ਦੇ ਵਿੱਚ ਅਗਲੀਆਂ 4 ਪੌੜੀਆਂ ਦੀ ਸੇਵਾ ਆਪ ਲੈ ਲੈਣਗੇ। ਦੇਹੋ ਸੱਜਣ ਆਸੀਸੜੀਆ,
ਜੋ ਹੋਵੇ ਸਹਿਬ ਸਿਉ ਮੇਲ। ਸਭ ਵੇਖੀਐ